ਸ਼ਲੋਕ ਬਿਨੋ ਸੁਨਹੁ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਰ ਬਿਨੋ ਸੁਨਹੁ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾੜ। ਪੌੜੀ। ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੋਚ ਧਰਮਾ ਵੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਨ ਹਉ ਬੰਦਾ ਦੋਸ਼ ਦੇਤ ਆਗਹਿ ਕਉ ਅੰਧਾ ਬਾਤ ਚੀਤ ਸਭ ਰਹੀ ਸਿਆਣਪ ਜਿਸਹਿ ਜਨਾਵੋ ਸੋ ਜਾਣੈ ਨਾਨਕ ਬਾਤ ਚੀਤ ਸਭ ਰਹੀ ਸਿਆਣਪ ਜਿਸਹਿ ਜਨਾਵੋ ਸੋ ਜਾਣੈ ਨਾਨਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਸਤ ਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਦੀ 39 ਨੰਬਰ ਪੌੜੀ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਜਿਸ ਦੇ ਸ਼ਲੋਕ ਦੇ 2 ਪੰਕਤੀਆਂ ਦੇ ਪਾਠ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। हे ਅਕਾਲ ਪੁਰਖ ਜੀ, ਮੇਰੇ ਲਈ ਸਾਰੇ ਸੁੱਖ, ਸਾਰੀਆਂ ਦੌਲਤਾਂ, ਸਾਰੇ ਪਦਾਰਥਾਂ ਦੇ ਰਸ ਇਸੇ ਵਿੱਚ ਹਨ ਕਿ ਮੈਨੂੰ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ, ਸਤ ਸੰਗੀਆਂ ਦੀ ਧੂੜ ਬਖਸ਼ਿਸ਼ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ, ਕਿਉਂਕਿ ਬਾਣੀ ਕਾਵਿ ਰੂਪ ਵਿੱਚ ਹੋਣ ਕਰਕੇ ਇਸ ਨੂੰ ਸਮਝਣ ਲਈ ਇਸ ਦੇ ਭਾਵ ਵਾਲੇ ਪਾਸੇ ਧਿਆਨ ਦੇਣਾ ਪੈਂਦਾ ਹੈ। ਜਿਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਾਉਣ ਅਤੇ ਸਿਖਾਉਣ ਵਾਲੇ ਗੁਰਮਤਿ ਵਿਚਾਰਵਾਨ ਸਤਿਗੁਰੂ ਦੀ ਪਾਵਨ ਬਾਣੀ ਦਾ ਪਾਠ ਜਾਂ ਅਰਥ ਸਿਖਾਉਂਦੇ ਹਨ, ਤਾਂ ਉਹ ਉਚੇਚੇ ਰੂਪ ਵਿੱਚ 4 ਸਟੇਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਨ ਤੇ ਸਮਝਣ ਦੀਆਂ ਸਿਖਿਆਰਥੀ ਨੂੰ ਦੱਸਦੇ ਨੇ। ਪਹਿਲੀ ਹੈ ਕਿ ਜਿਵੇਂ ਅਸੀਂ ਕਿਸੇ ਪੰਕਤੀ ਦਾ, ਸ਼ਬਦ ਦਾ ਪਾਠ ਕਰਦੇ ਹਾਂ ਤਾਂ ਉਸ ਦਾ ਉਚਾਰਨ ਕੀ ਹੋਣਾ ਚਾਹੀਦਾ ਹੈ। ਜੇ ਸ਼ਬਦ ਦਾ ਉਚਾਰਨ ਸਹੀ ਨਾ ਹੋਵੇ ਤੇ ਕਈ ਵਾਰ ਤਾਂ ਵੀ ਅਰਥ ਦਾ ਅਨਰਥ ਹੋ ਜਾਂਦਾ ਹੈ। ਸਹੀ ਢੰਗ ਦੇ ਨਾਲ ਉਸ ਦਾ ਉਚਾਰਨ ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਜੋ ਪੰਕਤੀ ਦੇ ਵਿੱਚ ਸ਼ਬਦ ਜਾਂ ਲਫ਼ਜ਼ ਵਰਤੇ ਗਏ ਹਨ, ਉਹਨਾਂ ਦਾ ਅਰਥ ਕੀ ਨਿਕਲਦਾ ਹੈ। ਤੀਸਰੀ ਗੱਲ ਇਹ ਕਿ ਉਹਨਾਂ ਅਰਥਾਂ ਦਾ ਭਾਵ ਅਰਥ ਮਤਲਬ ਮੀਨਿੰਗ ਕੀ ਨਿਕਲਦਾ ਹੈ। ਸਾਰੀ ਪੰਕਤੀ ਵਿੱਚ ਸਤਿਗੁਰੂ ਕਹਿਣਾ ਕੀ ਚਾਹੁੰਦੇ ਹਨ। ਜਿਵੇਂ ਇੱਕ ਉਦਾਹਰਣ ਦਿੰਦਾ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੇ ਇੱਕ ਨਹੀਂ, ਅਣਗਿਣਤ ਹੀ ਸ਼ਬਦ ਤੇ ਪੰਕਤੀਆਂ ਹਨ, ਲਫ਼ਜ਼ ਹਨ, ਜਿਨ੍ਹਾਂ ਦੇ ਕੁਝ ਨਾ ਕੁਝ ਭਾਵ ਅਰਥ ਸਾਡੇ ਸਾਹਮਣੇ ਉਹਨਾਂ ਵਿੱਚ ਉਗੜ ਕੇ ਆਉਂਦੇ ਨੇ। ਜੇ ਉਹ ਭਾਵ ਅਰਥ ਨੂੰ ਨਾ ਸਮਝਿਆ ਜਾਏ, ਕੇਵਲ ਅੱਖਰੀ ਅਰਥ ਨੂੰ ਹੀ ਫੜ ਲਿਆ ਜਾਏ, ਤਾਂ ਕਿਸੇ ਸਿਰੇ ਗੱਲ ਨਹੀਂ ਲੱਗੇਗੀ। ਜਿਵੇਂ ਅਸੀਂ ਮਹਾਰਾਜ ਦੀ ਬਾਣੀ ਵਿੱਚ ਪੜ੍ਹਦੇ ਹਾਂ ਵੀ ਹੇ ਸਤਿਗੁਰੂ ਜੀ,
ਮੈਂ ਤੁਹਾਡੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦਾ ਹਾਂ। ਹੁਣ ਦੇਖੋ ਸ਼ਬਦ, ਜੇ ਤੁਸੀਂ ਇਹਦਾ ਸਿੱਧਾ ਮੀਨਿੰਗ ਕੱਢੋਗੇ ਤੇ ਚਰਨ ਕਿਸੇ ਦੇ ਹਿਰਦੇ ਵਿੱਚ ਕਿਵੇਂ ਵਸ ਸਕਦੇ ਨੇ? ਇਹਦਾ ਹੁਣ ਭਾਵ ਹੁੰਦਾ ਹੈ ਵੀ ਮੈਂ ਨਿਮਰਤਾ ਸਹਿਤ ਤੁਹਾਡੀ ਯਾਦ ਨਾਲ ਜੁੜਨਾ ਚਾਹੁੰਦਾ ਹਾਂ। ਹੁਣ ਇਹ ਹੈ ਭਾਵ ਅਰਥ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ ਵੀ ਹੇ ਅਕਾਲ ਪੁਰਖ ਜੀ, ਮੈਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਮੈਂ ਤੁਹਾਡੇ ਦਰਸ਼ਨ ਚਾਹੁੰਦਾ ਹਾਂ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨ ਦਿਨ ਨੀਂਦ। ਪਰ ਨਾਲ ਇਹ ਵੀ ਸਿਧਾਂਤ ਸਾਹਮਣੇ ਰੱਖਣਾ ਪਏਗਾ ਵੀ ਉਹ ਅਕਾਲ ਪੁਰਖ ਕੋਈ ਸਰੀਰਧਾਰੀ ਤੇ ਹੈ ਨਹੀਂ ਜਿਸ ਨੂੰ ਤੁਸੀਂ ਨੰਗੀ ਅੱਖ ਨਾਲ ਵੇਖ ਲਓ, ਫਿਰ ਉਹਦੇ ਦਰਸ਼ਨ ਤੁਸੀਂ ਕਿਵੇਂ ਕਰੋਗੇ? ਉੱਥੇ ਸਤਿਗੁਰਾਂ ਨੇ ਮੁਹਾਵਰੇ ਤੇ ਭਾਵਨਾ ਦੇ ਰੂਪ ਦੇ ਵਿੱਚ ਜਿਹੜੀ ਗੱਲ ਕਹੀ, ਉਸ ਦੇ ਅਰਥ ਨੂੰ, ਭਾਵ ਅਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਗੁਰੂ ਨੇ ਇਹ ਵੀ ਬਾਣੀ ਦੇ ਵਿੱਚ ਆਖਿਆ ਹੈ ਵੀ ਫਿਰ ਉਹਦੇ ਦਰਸ਼ਨ ਕਿਵੇਂ ਹੋਣ। ਸਤਿਗੁਰਾਂ ਨੇ ਆਖਿਆ ਲੋਇਣ ਸੁਰਤ ਕਰੇ, ਯਾਨੀ ਕਿ ਉਸ ਨੂੰ ਮਹਿਸੂਸ ਤੇ ਅਨੁਭਵ ਕਰਨ ਨੂੰ ਦਰਸ਼ਨ ਆਖਿਆ ਹੈ। ਹੁਣ ਜਿੱਥੇ ਸਤਿਗੁਰੂ ਪਾਤਸ਼ਾਹ ਆਖਦੇ ਨੇ ਮੈਂ ਇਹਨਾਂ ਅੱਖਾਂ ਨਾਲ ਤੈਨੂੰ ਵੇਖਣਾ ਚਾਹੁੰਦਾ ਹਾਂ, ਹੁਣ ਉੱਥੇ ਫਿਰ ਅੱਖਾਂ ਦਾ ਜ਼ਿਕਰ ਵੀ ਇਹਨਾਂ ਅੱਖਾਂ ਨਾਲ ਜਦੋਂ ਕੋਈ ਆਕਾਰਧਾਰੀ ਹੈ ਹੀ ਨਹੀਂ ਤਾਂ ਕਿਵੇਂ ਦਿਸੇਗਾ ਤੁਹਾਨੂੰ? ਤਾਂ ਉੱਥੇ ਕਿਹੜੀਆਂ ਅੱਖਾਂ ਦੀ ਗੱਲ ਹੋਏਗੀ? ਲੋਇਣ ਸੁਰਤ ਕਰੇ। ਕਿਹੜੇ ਪੈਰਾਂ ਦੀ ਗੱਲ ਹੋਏਗੀ? ਭੈ ਕੇ ਚਰਨ। ਕਿਹੜੇ ਹੱਥਾਂ ਦੀ ਗੱਲ ਹੋਏਗੀ? ਕਰ ਭਾਵ ਕੇ। ਯਾਨੀ ਕਿ ਬਾਣੀ ਦੇ ਅਰਥ ਬਾਣੀ ਵਿੱਚੋਂ ਸਾਨੂੰ ਜਾਣਨੇ ਤੇ ਸਮਝਣੇ ਪੈਂਦੇ ਹਨ। ਇਸ ਵਾਸਤੇ ਇਹ ਤੀਸਰਾ ਪੜਾਅ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਨ੍ਹਾਂ ਚੀਜ਼ਾਂ ਦੇ ਅਸੀਂ ਅਰਥ ਪੜ੍ਹ ਲਏ ਉਹਨਾਂ ਦੇ ਫਿਰ ਭਾਵ ਅਰਥ ਸਮਝਣੇ ਹਨ। ਜਿਵੇਂ ਮੈਂ ਇੱਕ ਦਿਨ ਅੱਗੇ ਵੀ ਇਹ ਪੰਕਤੀ ਸਾਂਝੀ ਕੀਤੀ ਸੀ ਕਿ ਪਿੰਗੁਲ ਪਰਬਤ ਪਾਰ ਪਰੇ, ਜਿਹੜੇ ਪਿੰਗਲੇ ਨੇ ਉਹ ਪਰਬਤ ਚੜ੍ਹ ਜਾਂਦੇ ਹਨ। ਖਲ ਚਤੁਰ ਬਕੀਤਾ, ਮੂਰਖ ਜਿਹੜੇ ਹਨ ਉਹ ਸਿਆਣੇ ਦਾਨੇ ਵਕਤੇ ਬਣ ਜਾਂਦੇ ਹਨ। ਅੰਧਲੇ ਤ੍ਰੇ ਭਵਨ ਸੂਝਿਆ, ਅੰਨੇ ਨੂੰ ਤਿੰਨ ਭਵਨ ਦਿਸਣ ਲੱਗ ਪੈਂਦੇ ਨੇ। ਮਾਫ ਕਰਨਾ, ਅੱਖਾਂ ਵਾਲਿਆਂ ਨੂੰ ਕਿਹੜੇ ਤਿੰਨ ਪੂਰੇ ਦੀਦੇ ਨੇ? ਉਸ ਅੰਨੇ ਨੂੰ ਤਿੰਨ ਭਵਨ ਦਿਸ ਪੈਂਦੇ ਨੇ। ਭਾਵ ਹੁਣ ਇਹ ਸਾਰਿਆਂ ਦੇ ਭਾਵ ਅਰਥ ਸਮਝਣੇ ਪੈਣਗੇ ਵੀ ਪਿੰਗਲਾ ਸਤਿਗੁਰੂ ਕਿਹਨੂੰ ਬਾਣੀ ਵਿੱਚ ਆਖਦੇ ਹਨ, ਅੰਨਾ ਕਿਸ ਨੂੰ ਆਖਦੇ ਹਨ? ਹਨੇਰੇ ਵਿੱਚ ਜੀਣ ਵਾਲੇ ਨੂੰ ਅੰਨਾ ਆਖਿਆ, ਜਿਸ ਨੂੰ ਰੱਬ ਦੀ ਸੋਝੀ ਨਹੀਂ। ਜਦੋਂ ਉਹਨੂੰ ਸੋਝੀ ਹੋ ਜਾਂਦੀ ਹੈ ਤੇ ਉਹਨੂੰ ਸਮਝ ਆ ਜਾਂਦੀ ਹੈ ਉਹ ਇਕੱਲਾ ਮੇਰੇ 'ਚ ਨਹੀਂ, ਉਹ ਤਾਂ ਸਾਰੀ ਖਲਕਤ ਵਿੱਚ ਵਸਦਾ। ਇਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਭਾਵ ਅਰਥ ਨੂੰ ਜਾਣ ਕੇ ਅਸੀਂ ਗੁਰਬਾਣੀ ਦੀ ਸਹੀ ਸੋਚ ਨਾਲ ਸੰਬੰਧ ਜੋੜ ਸਕਦੇ ਹਾਂ। ਇਸ ਤੋਂ ਬਾਅਦ ਜਿਹੜੀ ਚੌਥੀ ਸਟੇਜ ਦੱਸੀ ਜਾਂਦੀ ਹੈ ਗੁਰਮਤਿ ਦੇ ਵਿਚਾਰਵਾਨਾਂ ਵੱਲੋਂ, ਉਹ ਹੈ ਕਿ ਹੁਣ ਤੁਸੀਂ ਉਚਾਰਨ ਤੋਂ ਬਾਅਦ ਅੱਖਰੀ ਅਰਥ ਸਮਝ ਲਏ, ਅੱਖਰੀ ਅਰਥ ਤੋਂ ਬਾਅਦ ਭਾਵ ਅਰਥ ਸਮਝ ਲਏ, ਹੁਣ ਗੁਰਮਤਿ ਦਾ ਸਿਧਾਂਤ ਤੁਹਾਨੂੰ ਪਤਾ ਲੱਗ ਗਿਆ। ਹੁਣ ਚੌਥੀ ਸਟੇਜ ਹੈ, ਉਸ ਨੂੰ ਤੁਸੀਂ ਮਹਿਸੂਸ ਕਰੋ, ਉਸ ਨੂੰ ਤੁਸੀਂ ਜੀਵੋ, ਉਸ ਨੂੰ ਤੁਸੀਂ ਹੰਢਾਓ, ਤਾਂ ਕਿ ਉਹ ਤੁਹਾਡੀ ਸੋਚ ਤੇ ਤੁਹਾਡੇ ਵਿਹਾਰ ਦਾ ਹਿੱਸਾ ਬਣ ਜਾਏ। ਇਵੇਂ ਚਾਰ ਅਵਸਥਾਵਾਂ ਤੋਂ ਬਾਅਦ ਸਿੱਖ ਬਾਣੀ ਦਾ ਰੂਪ ਹੁੰਦਾ ਹੈ। ਇਵੇਂ ਚਾਰ ਅਵਸਥਾਵਾਂ ਤੋਂ ਬਾਅਦ ਅਸੀਂ ਗੁਰਮਤਿ ਨੂੰ ਜਿਉਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਰੂਪ ਵਿੱਚ ਅਸੀਂ ਫਿਰ ਆਪਣੇ ਜੀਵਨ ਨੂੰ ਹੰਢਾਉਂਦੇ ਹਾਂ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਅੱਗੇ ਸ਼ਬਦ ਆਇਆ ਗੁਰਬਾਣੀ ਬਣੀ ਹੈ ਕਿ ਸਿੱਖ ਨੇ ਆਪਣਾ ਜੀਵਨ ਗੁਰਬਾਣੀ ਦੇ ਰੂਪ ਵਿੱਚ ਜੀਣਾ ਹੈ। ਜੋ ਸਤਿਗੁਰਾਂ ਨੇ ਬਾਣੀ ਦੇ ਅੰਦਰ ਅਸੂਲ, ਸਿਧਾਂਤ, ਮਾਰਗ, ਜੀਵਨ ਦ੍ਰਿੜ ਕਰਵਾਇਆ, ਉਸ ਨੂੰ ਅਸੈਪਟ ਕਰਕੇ ਉਸ ਨੂੰ ਆਪਣੇ ਜੀਵਨ ਉੱਤੇ ਉਹਨਾਂ ਗੱਲਾਂ ਨੂੰ ਅਪਲਾਈ ਕਰਨਾ ਹੈ। ਇਵੇਂ ਸਿੱਖ ਗੁਰੂ ਦਾ ਰੂਪ ਹੋ ਗਿਆ, ਇਵੇਂ ਸਿੱਖ ਜਿਹੜਾ ਹੈ ਉਹ ਬਾਣੀ ਦਾ ਰੂਪ ਹੋ ਗਿਆ, ਗੁਰਬਾਣੀ ਬਣੀ ਹੈ। ਤੋ ਜਿਹੜੀ ਜੀਵਨ ਜੁਗਤ ਸਤਿਗੁਰਾਂ ਨੇ ਬਾਣੀ ਵਿੱਚ ਆਖੀ, ਉਸ ਜੀਵਨ ਜੁਗਤ ਨੂੰ ਸਿੱਖ ਨੇ ਆਪਣੇ ਅੰਦਰ ਵਸਾਉਣਾ ਹੈ, ਉਸ ਨੂੰ ਜਿਉਣਾ ਹੈ। ਇਵੇਂ ਸਿੱਖ ਗੁਰੂ ਦਾ ਰੂਪ ਹੁੰਦਾ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਅੰਦਰ ਜੇਕਰ ਚਰਨ ਧੂੜ ਸ਼ਬਦ ਆਉਂਦਾ ਹੈ ਤਾਂ ਇਸ ਦਾ ਵੀ ਭਾਵ ਇਹ ਨਹੀਂ, ਖਿਮਾ ਕਰਨਾ, ਕਿ ਅਸੀਂ ਕਿਸੇ ਦੇ ਜੋੜਿਆਂ ਜਾਂ ਪੈਰਾਂ ਦੀ ਮਿੱਟੀ ਲੱਭਦੇ ਫਿਰੀਏ ਤੇ ਉਹਨੂੰ ਅਸੀਂ ਪੱਲੇ ਬੰਨ੍ਹ ਕੇ ਘਰ ਲੈ ਜਾਈਏ। ਉਥੇ ਭਾਵ ਹੈ ਨਿਮਰਤਾ ਤੋਂ, ਉਥੇ ਭਾਵ ਹੈ ਸਮਰਪਣ ਭਾਵਨਾ ਤੋਂ। ਕਿਸੇ ਦੇ ਪੈਰਾਂ ਦੀ ਮਿੱਟੀ ਸਾਡਾ ਕੁਝ ਨਹੀਂ ਸਵਾਰ ਸਕਦੀ ਜੇਕਰ ਅਸੀਂ ਨਿਮਰਤਾ ਤੇ ਸਮਰਪਣ ਭਾਵਨਾ ਦਾ ਗੁਣ ਆਪਣੇ ਜੀਵਨ ਵਿੱਚ ਨਹੀਂ ਵਸਾਉਂਦੇ। ਵੈਸੇ ਤੇ ਹੁਣ ਜਿਹਨਾਂ ਸ਼ਬਦਾਂ ਵਿੱਚ ਇਹ ਸ਼ਬਦ ਆਉਂਦੇ ਨੇ ਉੱਥੇ ਜ਼ਿਕਰ ਹੈ, ਕੇਸਾਂ ਕਾ ਕਰ ਚਵਰ ਢੁਲਾਵਾਂ ਚਰਨ ਧੂੜ ਮੁਖ ਲਾਈ। ਤੁਸੀਂ ਪੜੋ, ਕੇਸਾਂ ਕਾ ਕਰ ਚਵਰ ਢੁਲਾਵਾਂ।
ਵੀ ਹੇ ਅਕਾਲ ਪੁਰਖ ਗੁਰੂ ਜੀ, ਮੈਂ ਤੁਹਾਡੇ ਪਿਆਰਿਆਂ ਦੇ ਉੱਤੇ ਆਪਣੇ ਕੇਸਾਂ ਦਾ ਚੌਰ ਬਣਾ ਕੇ ਚੁਲਾ ਦਿਆਂ। ਸਾਨੂੰ ਤਾਂ ਗੁਰੂ ਪਾਤਸ਼ਾਹ ਕੇਸਾਂ ਦਾ ਅਦਬ ਤੇ ਸਤਿਕਾਰ ਕਰਨਾ ਸਿਖਾਉਂਦੇ ਨੇ। ਕੀ ਅਸੀਂ ਇਸ ਗੱਲ ਨੂੰ ਆਪ ਭਲਾਈ ਕਰ ਸਕਦੇ ਹਾਂ ਕਿ ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਦੇ ਉੱਤੇ ਇਵੇਂ ਝੁਲਾਵਾਂ? ਪੋਸੀਬਲ ਨਹੀਂ ਇਹ ਗੱਲ। ਇਹ ਕਿਉਂ ਕਿਹਾ? ਭਾਵ ਮੈਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜਿਵੇਂ ਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਆਖਦੇ ਨੇ, ਮੈਂ ਆਪਣਾ ਰੋਮ ਰੋਮ ਤੁਹਾਡੇ ਤੋਂ ਕੁਰਬਾਨ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਬਾਣੀ ਦੇ ਵਿਆਖਿਆਕਾਰ ਨੇ, ਉਹਨਾਂ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ। ਇੱਥੋਂ ਤੱਕ ਕਹਿੰਦੇ ਵੀ ਮੇਰੇ ਸਰੀਰ ਦਾ ਚਮੜਾ ਲਾ ਕੇ ਨਾ, ਇਹਦੇ ਮੌਜੇ ਜੁੱਤੇ ਬਣਾ ਕੇ ਉਹਨਾਂ ਗੁਰਮੁਖਾਂ ਦੇ ਪੈਰਾਂ ਵਿੱਚ ਪਾ ਦਿਓ ਜਿਹੜੇ ਗੁਰੂ ਦੀ ਸੰਗਤ ਵੱਲ ਕਦਮ ਪੁੱਟਦੇ ਹਨ। ਹੁਣ ਭਾਵਨਾ ਹੈ ਇੱਕ ਅੰਦਰ ਦਾ ਜਜ਼ਬਾਤ ਹੈ, ਭਾਵਨਾ ਵੀ ਮੈਂ ਉਹਨਾਂ ਦੀ ਇੰਨੀ ਰਿਸਪੈਕਟ ਕਰਦਾ, ਉਹ ਮੈਨੂੰ ਇੰਨੇ ਚੰਗੇ ਲੱਗਦੇ ਹਨ ਵੀ ਉਹਨਾਂ ਤੋਂ ਮੈਂ ਸਦਕੇ ਤੇ ਕੁਰਬਾਨ ਜਾਣ ਲਈ ਤਿਆਰ ਹਾਂ। ਇਹ ਭਾਵਨਾ ਦੱਸਣ ਵਾਸਤੇ ਉਹਨਾਂ ਨੇ ਪ੍ਰਤੀਕ ਕਿੰਨਾ ਕੀਮਤੀ ਵਰਤਿਆ ਹੈ। ਤੇ ਤਾਂ ਅਸੀਂ ਸਾਰੇ ਜਾਣਦੇ ਵੀ ਮਨੁੱਖ ਦੇ ਸਰੀਰ ਦੇ ਚਮੜੇ ਦੇ ਜੁੱਤੇ ਨਹੀਂ ਬਣ ਸਕਦੇ। ਇਹ ਪੋਸੀਬਲ ਨਹੀਂ ਹੈ ਗੱਲ। ਜਿਹਨੂੰ ਹੂ ਬਹੂ ਉਸੇ ਰੂਪ ਦੇ ਵਿੱਚ ਹੀ ਤੁਸੀਂ ਲਿਆਉਣਾ ਚਾਹੋ ਤਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਇਹ ਜਿਹੜੇ ਲਫ਼ਜ਼ ਆਉਂਦੇ, ਇਹਨਾਂ ਦੇ ਭਾਵ ਨੂੰ ਸਮਝੇ ਬਿਨਾਂ ਅਸਲ ਹੁਣ ਜਲ ਕੀ ਮਾਸ਼ੂਲੀ ਚਰੈ ਖਜੂਰ, ਲੇਲੇ ਕੋ ਚੁੰਗਾ ਨਿਤ ਭੇੜ, ਬੜੇ ਐਸੇ ਬਚਨ ਨੇ ਮਹਾਰਾਜ ਦੀ ਬਾਣੀ ਵਿੱਚ ਜਿਨ੍ਹਾਂ ਦੇ ਗੋਹਜ ਭਾਵ ਜਦੋਂ ਅਸੀਂ ਸਮਝਣ ਦਾ ਯਤਨ ਕਰਦੇ ਹਾਂ ਤਾਂ ਮਨ ਅੰਦਰ ਇਹ ਵਿਚਾਰ ਉੱਠਦਾ ਹੈ। ਸਤਿਗੁਰਾਂ ਨੇ ਕਿੱਡੀ ਵੱਡੀ ਗੱਲ ਸੰਖੇਪ ਜਿਹੇ ਸ਼ਬਦਾਂ ਵਿੱਚ ਕਹਿ ਦਿੱਤੀ। ਜੀਵਨ ਦੀ ਗੱਲ ਸਮਝਾ ਰਹੇ ਹਨ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ, ਵੀ ਸ਼ੇਰ ਬਿੱਲੀ ਬਣ ਗਿਆ। ਹੁਣ ਸ਼ੇਰ ਜ਼ਾਲਮ ਸ਼ਿਕਾਰੀ, ਸ਼ਿਕਾਰ ਕਰਨ ਵਾਲਾ ਸੁਭਾਅ, ਬਿੱਲੀ ਕਮਜ਼ੋਰ ਜੀਵ ਹੈ ਸ਼ੇਰ ਦੇ ਸਾਹਮਣੇ। ਵੀ ਜਿਹੜਾ ਜ਼ਾਲਮ ਸੁਭਾਅ ਹੈ ਨਾ, ਹੁਣ ਨਿਮਰਤਾ ਵਿੱਚ, ਸਹਿਣਸ਼ੀਲਤਾ ਵਿੱਚ ਤਬਦੀਲ ਹੋ ਗਿਆ। ਕਦੋਂ? ਜਦੋਂ ਗੁਰੂ ਦੀ ਸੰਗਤ ਮਿਲ ਗਈ। ਯਾਨੀ ਕਿ ਫਰਕ ਪਏਗਾ ਜੀਵਨ ਵਿੱਚ। ਸ਼ਿਕਾਰ ਕਰਨ ਵਾਲਾ, ਜ਼ਾਲਮ ਪੁਣੇ ਵਾਲਾ, ਖਿਜਣ ਵਾਲਾ, ਕਠੋਰ ਸੁਭਾਅ ਜਿਹੜਾ ਹੈ, ਉਹ ਹੁਣ ਨਿਮਰਤਾ ਤੇ ਧੀਰਜ ਵਿੱਚ ਤਬਦੀਲ ਹੋ ਗਿਆ। ਕਿੱਥੇ ਤੇ ਮੈਂ ਜ਼ਾਲਮ ਹਾਂ, ਕਿੱਥੇ ਮੈਂ ਅਤਿਆਚਾਰੀ ਸੁਭਾਅ ਰੱਖਦਾ ਹਾਂ, ਕਿੱਥੇ ਕਠੋਰ ਸੁਭਾਅ ਰੱਖਦਾ, ਤੇ ਕਿੱਥੇ ਜੀਵਨ 'ਚ ਧੀਰਜ ਤੇ ਨਿਮਰਤਾ ਆ ਗਈ। ਇਹ ਤਬਦੀਲੀ ਹੈ ਜਿਹੜੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਗੁਰੂ ਦੀ ਸੰਗਤ ਵਿੱਚੋਂ, ਗੁਰੂ ਦੀ ਨੇੜਤਾ ਦੇ ਵਿੱਚੋਂ, ਗੁਰੂ ਦੇ ਉਪਦੇਸ਼ ਦੀ ਕਮਾਈ ਰਾਹੀਂ ਐਸਾ ਜੀਵਨ ਮੇਰਾ ਬਣ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਇਹ ਸਮਝਾਉਂਦੇ ਨੇ। ਤਾਂ ਫਿਰ ਜਦੋਂ ਗੁਰੂ ਦੀ ਮੱਤ ਦੇ ਇਹ ਬੋਲ ਸਮਝ ਆ ਗਿਆ, ਫਿਰ ਇਹਨਾਂ ਨੂੰ ਜੀਣਾ ਸ਼ੁਰੂ ਕਰ ਦਿੱਤਾ। ਤਾਂ ਸਤਿਗੁਰੂ ਮਹਾਰਾਜ ਜਦੋਂ ਚਰਨ ਧੂੜ ਦਾ ਜ਼ਿਕਰ ਬਾਣੀ ਵਿੱਚ ਕਰਦੇ ਨੇ, ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ, ਲੱਦੇ ਹਬੇ ਥੋਕੜੇ ਨਾਨਕ ਹਰ ਤਨ ਮਾਲ। ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਵੀ ਤੂੰ ਰੱਬੀ ਪਿਆਰਿਆਂ ਦੇ ਚਰਨਾਂ ਦੀ ਧੂੜੀ 'ਚ ਨਹਾਇਆ ਕਰ, ਇਸ਼ਨਾਨ ਕਰਿਆ ਕਰ, ਤੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਇਹਦੇ ਨਾਲ ਕੀ ਹੋਏਗਾ? ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਤੇ ਅੱਗੇ ਕਹਿੰਦੇ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ। ਹੁਣ ਉਹ ਚਰਨ ਧੂੜ ਦਾ ਭਾਵ, ਉਹਦੇ ਵਿੱਚ ਇਸ਼ਨਾਨ ਕਰ, ਭਾਵ ਆਪਣੇ ਮਨ ਨੂੰ ਨਿਮਰਤਾ ਦੇ ਘਰ ਵਿੱਚ ਰੱਖ, ਧੀਰਜ ਵਿੱਚ ਰੱਖ, ਫੇਰ ਹੀ ਸੰਗਤ ਦਾ ਤੂੰ ਲਾਭ ਲਏਗਾ ਨਾ। ਹੁਣ ਮਨ, ਜਿਵੇਂ ਮੈਂ ਇੱਕ ਉਦਾਹਰਣ ਅਨਮਤ ਦੀ ਦਿੰਦਾ ਹਾਂ, ਵੈਸੇ ਤਾਂ ਗੁਰਮਤ ਵਿੱਚ ਵੀ ਐਸੀਆਂ ਬੇਸ਼ੁਮਾਰ ਉਦਾਹਰਣਾਂ ਮੌਜੂਦ ਨੇ। ਔਰ ਉਹ ਅਨਮਤ ਦੀ ਉਦਾਹਰਣ ਹੈ ਕਿ ਮਹਾਤਮਾ ਬੁੱਧ ਜੀ ਜਿਸ ਵੇਲੇ ਆਪਣੇ ਨਗਰ ਵਾਪਸ ਆਏ ਨਾ, ਤਾਂ ਉਹਨਾਂ ਦਾ ਬੜਾ ਨਾਮ ਸੀ। ਲੋਕ ਉਹਨਾਂ ਦੇ ਕੋਲੋਂ ਸਿੱਖਿਆ ਦੀਖਿਆ ਲੈਣ ਵਾਸਤੇ ਇਕੱਠੇ ਹੋਏ। ਉਹਨਾਂ ਦੇ ਪਿਤਾ ਇੱਕ ਛੋਟੇ ਜਿਹੇ ਜਗੀਰਦਾਰ ਰਾਜੇ ਸਨ ਇੱਕ ਜਗ੍ਹਾ ਦੇ। ਤਾਂ ਜਦੋਂ ਉਹ ਵਾਪਸ ਆਏ ਕਪਲ ਵਸਤੂ ਆਪਣੇ ਨਗਰ ਦੇ ਬਾਹਰ-ਬਾਹਰ, ਉਹਨਾਂ ਨੇ ਇੱਕ ਬਾਗ ਵਿੱਚ ਆ ਕੇ ਟਿਕਾਣਾ ਕਰ ਲਿਆ। ਸਾਰੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਦੀਖਿਆ ਲੈ ਰਹੇ ਨੇ, ਉਪਦੇਸ਼ ਲੈ ਰਹੇ ਨੇ, ਬੁੱਧ ਜੀ ਦੇ ਮਤ ਵਿੱਚ ਸ਼ਾਮਲ ਹੋ ਰਹੇ ਨੇ। ਮਹਾਤਮਾ ਬੁੱਧ ਜੀ ਦੇ ਪਿਤਾ ਨੂੰ ਪਤਾ ਲੱਗਿਆ ਕਿ ਗੌਤਮ ਆਇਆ ਹੈ, ਪੁਰਾਣਾ ਨਾਮ ਉਹਨਾਂ ਦਾ ਗੌਤਮ ਸੀ। ਉਹ ਵੀ ਆਪਣੇ ਸਾਰੇ ਅੰਗ ਰੱਖਿਅਕ, ਨੌਕਰ ਚਾਕਰ ਲੈ ਕੇ, ਪਰਿਵਾਰ ਨੂੰ ਲੈ ਕੇ, ਬੜੀ ਸੱਜ, ਜਿਵੇਂ ਇੱਕ ਅਮੀਰ ਆਦਮੀ, ਰਈਸ ਆਦਮੀ ਜਾਂਦਾ ਹੈ ਲੋਕਾਂ 'ਚ, ਇਸ ਤਰ੍ਹਾਂ ਆਏ। ਤੋ ਆਪਸ ਵਿੱਚ ਇੱਕ ਦੂਸਰੇ ਦਾ ਹਾਲ ਚਾਲ ਹੋਇਆ, ਆਪਣੇ ਪੁੱਤਰ ਨੂੰ ਵੇਖਿਆ ਬੜੇ ਚਿਰ ਬਾਅਦ, ਤੇ ਪ੍ਰਭਾਵਿਤ ਹੋਏ ਕਿ ਇੰਨੇ ਲੋਕ ਮੇਰੇ ਪੁੱਤਰ ਦੀ ਸਿਫਤ ਕਰਦੇ ਨੇ, ਉਹਨਾਂ ਕੋਲੋਂ ਉਪਦੇਸ਼ ਲੈਣ ਆਏ ਨੇ। ਪਿਤਾ ਨੇ ਆਖਿਆ
ਗੌਤਮ ਨੂੰ, ਮਹਾਤਮਾ ਬੁੱਧ ਨੂੰ, ਕਹਿਣ ਲੱਗਿਆ ਮੈਨੂੰ ਵੀ ਦੀਖਿਆ ਦਿਓ, ਮੈਂ ਵੀ ਤੁਹਾਡੇ ਮਤ ਵਿੱਚ ਸ਼ਾਮਲ ਹੋਣਾ ਚਾਹੁੰਦਾ। ਮਹਾਤਮਾ ਬੁੱਧ ਨੇ ਸਾਫ਼ ਇਨਕਾਰ ਕਰ ਦਿੱਤਾ, ਕਹਿਣ ਲੱਗੇ ਜੀ ਇਹ ਹੋ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ? ਜਿਨ੍ਹਾਂ ਨੂੰ ਤੂੰ ਜਾਣਦਾ ਨਹੀਂ ਉਹਨਾਂ ਨੂੰ ਤੂੰ ਆਪਣੇ ਮਤ ਵਿੱਚ ਸ਼ਾਮਲ ਕਰ ਰਿਹਾ ਹੈ। ਮੈਂ ਤਾਂ ਤੇਰਾ ਪਿਤਾ ਹਾਂ, ਤੇਰਾ ਮੇਰੇ ਨਾਲ ਖੂਨ ਦਾ ਰਿਸ਼ਤਾ ਹੈ, ਔਰ ਵੱਡੀ ਗੱਲ ਮੈਂ ਇੱਥੋਂ ਦਾ ਰਾਜਾ ਵੀ ਹਾਂ, ਹਾਕਮ ਵੀ ਹਾਂ। ਫਿਰ ਜਿਨ੍ਹਾਂ ਨੂੰ ਤੂੰ ਜਾਣਦਾ ਨਹੀਂ ਉਹ ਦੂਰੋਂ ਦੂਰੋਂ ਆਏ ਹੋਏ ਲੋਕ ਤੇਰਾ ਉਪਦੇਸ਼ ਲੈ ਕੇ ਤੇਰੇ ਮਤ 'ਚ ਸ਼ਾਮਲ ਹੋ ਰਹੇ ਨੇ, ਮੈਨੂੰ ਨਾ ਕਿਉਂ? ਮਹਾਤਮਾ ਬੁੱਧ ਕਹਿਣ ਲੱਗਿਆ ਜੀ ਇਹੀ ਮੁਸ਼ਕਲ ਹੈ। ਕੋਈ ਪਰਜਾ ਆਪਣੇ ਰਾਜੇ ਨੂੰ ਉਪਦੇਸ਼ ਨਹੀਂ ਦੇ ਸਕਦੀ, ਕੋਈ ਪੁੱਤਰ ਆਪਣੇ ਬਾਪ ਨੂੰ ਆਪਣਾ ਸੇਵਕ ਨਹੀਂ ਬਣਾ ਸਕਦਾ। ਤੁਸੀਂ ਦੋਵਾਂ ਰੂਪਾਂ 'ਚ ਹੀ ਮੇਰੇ ਸਾਹਮਣੇ ਖੜੇ ਹੋ। ਤੁਸੀਂ ਮੇਰੇ ਬਾਪ ਹੋ, ਮੈਂ ਤੁਹਾਡਾ ਪੁੱਤਰ ਹਾਂ, ਬੱਚਾ ਹਾਂ। ਮੈਂ ਤੁਹਾਨੂੰ ਕਿਵੇਂ ਆਪਣਾ ਸੇਵਕ ਬਣਾਵਾਂ? ਇਹ ਮੇਰੇ ਵਾਸਤੇ ਬੜੀ ਮੁਸ਼ਕਲ ਹੈ। ਤੁਸੀਂ ਠਹਿਰੇ ਇੱਥੋਂ ਦੇ ਹਾਕਮ, ਇੱਥੇ ਤੁਹਾਡਾ ਰਾਜ ਚੱਲਦਾ ਹੈ, ਮੈਂ ਤੁਹਾਡੀ ਪਰਜਾ ਹਾਂ। ਕੋਈ ਪਰਜਾ ਆਪਣੇ ਰਾਜੇ ਨੂੰ ਆਪਣੇ ਸੇਵਕ ਦਾ ਦਰਜਾ ਕਿਵੇਂ ਦੇ ਸਕਦੀ ਹੈ? ਤੁਹਾਡੇ ਦੋਵੇਂ ਹੀ ਰੁਤਬੇ ਇੰਨੇ ਉੱਚੇ ਨੇ ਵੀ ਮੇਰੇ ਵਾਸਤੇ ਬੜੀ ਔਖੀ ਗੱਲ ਹੈ ਮੈਂ ਤੁਹਾਨੂੰ ਉਪਦੇਸ਼ ਦਿਆਂ ਤੇ ਆਪਣਾ ਸੇਵਕ ਬਣਾਵਾਂ ਜਾਂ ਆਪਣੇ ਮਤ 'ਚ ਸ਼ਾਮਲ ਕਰਾਂ। ਆਖਰ ਮੈਨੂੰ ਉਪਦੇਸ਼ ਦੇਣ ਵਾਸਤੇ ਉੱਚੀ ਜਗ੍ਹਾ ਹੋਣਾ ਪਏਗਾ ਨਾ, ਤੁਹਾਨੂੰ ਨੀਵੀਂ ਜਗ੍ਹਾ ਬਹਿਣਾ ਪਏਗਾ। ਤੋ ਪਰਜਾ ਦੇ ਸਾਹਮਣੇ ਰਾਜਾ ਨੀਵੀਂ ਜਗ੍ਹਾ ਬੈਠੇ, ਇਹ ਦਸਤੂਰ ਨਹੀਂ। ਤੇ ਬਾਪ ਦੇ ਸਾਹਮਣੇ ਪਿਤਾ ਜਿਹੜਾ ਹੈ ਉਹ ਪੁੱਤਰ ਦੇ ਸਾਹਮਣੇ ਨੀਵੀਂ ਜਗ੍ਹਾ ਉੱਤੇ ਬੈਠੇ, ਇਹ ਵੀ ਨੀਤੀ ਦੇ ਵਿਰੁੱਧ ਹੈ। ਤੋ ਇਹਦੇ ਨਾਲ ਮੇਰੇ ਲਈ ਔਖੀ ਹੈ। ਧਰਮ ਸੰਕਟ ਇਹ ਹੈ ਵੀ ਮੈਂ ਇਸ ਰੂਪ ਵਿੱਚ ਤੁਹਾਨੂੰ ਇਹ ਉਪਦੇਸ਼ ਨਹੀਂ ਦੇ ਸਕਦਾ। ਕਹਿਣ ਲੱਗੇ ਵੀ ਇਹਦਾ ਕੀ ਮਤਲਬ ਹੋਇਆ? ਕਹਿਣ ਲੱਗੇ ਜੀ ਸੱਚ ਇਹ ਹੈ, ਉਪਦੇਸ਼ ਤੇ ਸਾਰਿਆਂ ਲਈ ਸਾਂਝਾ ਹੀ ਹੈ ਤੇ ਇਸ ਮਤ ਦੇ ਦਰਵਾਜ਼ੇ ਵੀ ਤੁਹਾਡੇ ਲਈ ਖੁੱਲੇ ਨੇ। ਜੇ ਤੁਸੀਂ ਇਹਦੇ ਵਿੱਚ ਆਉਣਾ ਚਾਹੋ ਤੇ ਜੀ ਆਇਆਂ ਹੈ। ਪਰ ਹੁਣ ਸਵਾਲ ਇਹ ਹੈ ਵੀ ਇਹਦੇ ਵਿੱਚ ਸੰਘ ਵਿੱਚ ਸ਼ਾਮਲ ਹੋਣ ਵਾਸਤੇ ਨਾ ਤੁਹਾਨੂੰ ਉਪਦੇਸ਼ ਦੇ ਕੇ, ਜਿਵੇਂ ਮਰਿਆਦਾ ਇੱਕ ਨਿਯਮ ਹੈ, ਉਸ ਪ੍ਰਕਿਰਿਆ ਚੋਂ ਲੰਘਣਾ ਪਏਗਾ, ਮਰਿਆਦਾ ਚੋਂ। ਤੇ ਉਸ ਮਰਿਆਦਾ ਦੇ ਵਿੱਚ ਇਹ ਰਿਸ਼ਤਾ ਨਹੀਂ ਰੱਖਿਆ ਜਾਂਦਾ ਵੀ ਕੌਣ ਕਿਹਦਾ ਬਾਪ ਹੈ, ਕੌਣ ਅਮੀਰ ਹੈ ਤੇ ਕੌਣ ਗਰੀਬ ਹੈ, ਕੌਣ ਰਾਜਾ ਹੈ ਤੇ ਕੌਣ ਮਜ਼ਦੂਰ। ਇਹ ਰਿਸ਼ਤੇ ਮਿਟ ਜਾਂਦੇ ਨੇ ਕਿਉਂਕਿ ਧਰਮ ਦਾ ਮਾਰਗ ਹੈ। ਪਰ ਇਸ ਵੇਲੇ ਤੁਸੀਂ ਜਿਹੜੀ ਅਵਸਥਾ ਵਿੱਚ ਖਲੋਤੇ ਹੋ ਨਾ, ਉੱਥੇ ਮੇਰੇ ਬਾਪ ਦੀ ਹੈਸੀਅਤ ਵਿੱਚ ਖਲੋਤੇ ਹੋ। ਜਾਂ ਤਾਂ ਹੁੰਦਾ ਤੁਸੀਂ ਨਿਮਾਣਿਆਂ ਵਾਂਗ ਆਪਣੀ ਇਸ ਹਉਮੈ ਨੂੰ ਛੱਡ ਕੇ ਵੀ ਇਹ ਮੇਰਾ ਪੁੱਤਰ ਹੈ। ਤੁਹਾਡੇ ਅੰਦਰ ਇੱਕੋ ਹੀ ਗੱਲ ਰਹਿਣੀ ਹੈ ਵੀ ਇਹ ਮੇਰਾ ਪੁੱਤਰ ਹੈ, ਤੇ ਮੇਰੇ ਅੰਦਰ ਇਹ ਗੱਲ ਰਹਿਣੀ ਹੈ ਵੀ ਤੁਸੀਂ ਮੇਰੇ ਬਾਪ ਹੋ। ਇਸ ਕਰਕੇ ਨੀਤੀ ਵਿਰੁੱਧ ਹੈ ਵੀ ਮੈਂ ਤੁਹਾਨੂੰ ਉਪਦੇਸ਼ ਦੇਵਾਂ, ਮਤਾਂ ਦੇਵਾਂ, ਤੇ ਤੁਸੀਂ ਰਾਜੇ ਹਾਕਮ ਬਣ ਕੇ ਵੇਖੋ ਕਿੰਨੀ ਸੱਜ ਧੱਜ ਨਾਲ ਆਏ ਹੋ। ਕੋਈ ਸੇਵਕ ਇਸ ਤਰ੍ਹਾਂ ਆਪਣੇ ਗੁਰੂ ਜਾਂ ਪੈਗੰਬਰ ਕੋਲ ਨਹੀਂ ਜਾਂਦਾ। ਦੋਵੇਂ ਗੱਲਾਂ ਦਸਤੂਰ ਦੇ ਉਲਟ ਨੇ। ਜਦੋਂ ਤੁਹਾਡੇ ਅੰਦਰ ਸੱਚੀ ਜਗਿਆਸਾ ਪੈਦਾ ਹੋ ਜਾਏ ਨਾ ਕਿ ਤੁਸੀਂ ਇਸ ਰਾਹ ਤੇ ਖੁਦ ਤੁਰਨਾ ਚਾਹੁੰਦੇ ਹੋ, ਇਸ ਧਰਮ ਨੂੰ ਕਬੂਲ ਕਰਨਾ ਚਾਹੁੰਦੇ ਹੋ, ਉਦੋਂ ਆਉਣਾ। ਉਸ ਦਿਨ ਤੁਸੀਂ ਨਾ ਤਾਂ ਮੇਰੇ ਬਾਪ ਹੋਵੋਗੇ, ਮੈਂ ਨਾ ਤੁਹਾਡਾ ਪੁੱਤਰ ਹੋਵਾਂਗਾ। ਉਸ ਦਿਨ ਨਾ ਤੁਸੀਂ ਰਾਜਾ ਤੇ ਨਾ ਮੈਂ ਪਰਜਾ। ਉਸ ਦਿਨ ਆਪਾਂ ਫਿਰ ਬੜੀ ਖੁੱਲ੍ਹ ਦਿਲੀ ਨਾਲ ਜੋ ਤੁਹਾਨੂੰ ਅਸੂਲ ਨੇ ਉਹ ਸਮਝਾਵਾਂਗਾ। ਤੁਸੀਂ ਜਗਿਆਸਾ ਨਾਲ ਉਹਨਾਂ ਨੂੰ ਸੁਣਨਾ ਤੇ ਕਬੂਲ ਕਰਨਾ। ਇਵੇਂ ਤੁਸੀਂ ਆਪ ਮੁਹਾਰੇ ਇਸ ਮਤ ਵਿੱਚ ਸ਼ਾਮਲ ਹੋ ਜਾਓਗੇ। ਦਸਤੂਰ ਇਹੀ ਹੈ ਨਾ। ਇਹਦਾ ਭਾਵ ਸੀ, ਅਗਲੀ ਗੱਲ ਜਿਹੜੀ ਉਦਾਹਰਣ ਦਿੱਤੀ ਬੜੀ ਕਮਾਲ। ਆਖਿਆ ਕਿ ਜਦੋਂ ਤੁਹਾਨੂੰ ਪਿਆਸ ਲੱਗਦੀ ਹੈ ਨਾ ਪਿਤਾ ਜੀ, ਹੇ ਰਾਜਨ, ਜਦੋਂ ਤੁਹਾਡੇ ਅੰਦਰ ਪਿਆਸ ਉੱਠੇ, ਤੁਹਾਨੂੰ ਤੇਹ ਲੱਗੀ ਹੋਵੇ, ਤੁਸੀਂ ਨਦੀ ਦੇ ਕੰਢੇ ਉੱਤੇ ਖਲੋਂਦੇ ਹੋ ਜਾ ਕੇ ਤੇ ਆਪ ਨੀਵੇਂ ਹੋ ਕੇ ਨਦੀ ਵਿੱਚੋਂ ਬੁੱਕ ਭਰ ਕੇ ਪਾਣੀ ਦਾ ਪੀਂਦੇ ਹੋ। ਨਦੀ ਦਾ ਪਾਣੀ ਤਾਂ ਨਹੀਂ ਆਉਂਦਾ, ਪਿਆਸੇ ਨੂੰ ਨਿਉਣਾ ਪੈਂਦਾ ਹੈ। ਨਦੀ ਉਛਲ ਕੇ ਤਾਂ ਨਹੀਂ ਆਉਂਦੀ ਵੀ ਮੇਰੇ ਕੋਲ ਇੱਕ ਤਿਹਾਇਆ ਇੱਕ ਪਿਆਸਾ ਆਦਮੀ ਆਇਆ ਤੇ ਮੈਂ ਉਹਦੀ ਪਿਆਸ ਬੁਝਾ ਦਿਆਂ। ਤੁਸੀਂ ਨਿਉ ਕੇ ਪੂਰੇ ਢੰਗ ਦੇ ਨਾਲ ਬੁੱਕ ਪਾਣੀ ਦਾ ਭਰਦੇ ਹੋ, ਫਿਰ ਆਪਣੇ ਮੂੰਹ ਨਾਲ ਲਾਉਂਦੇ ਹੋ, ਤਾਂ ਤੁਹਾਡੀ ਪਿਆਸ ਬੁਝਦੀ ਹੈ। ਇਹਦਾ ਭਾਵ ਹੈ ਕਿ ਤੁਹਾਡੇ ਅੰਦਰ ਪਿਆਸ ਤੇ ਜਗਿਆਸਾ ਜਦੋਂ ਹੁੰਦੀ ਹੈ, ਤਦੋਂ ਤੁਸੀਂ ਨਿਉਂਦੇ ਹੋ ਕਿਸੇ ਗੁਣ ਨੂੰ ਗ੍ਰਹਿਣ ਕਰਨ ਵਾਸਤੇ। ਗੁਰੂ ਨੇ ਤਾਂ ਇਹ ਬਾਣੀ ਵਿੱਚ ਕੁਝ ਗੱਲਾਂ ਕਹੀਆਂ ਨੇ ਵੀ ਜਦੋਂ ਤੂੰ ਗੁਰੂ ਦੇ ਕੋਲ ਆਉਂਦਾ ਹੈ, ਜਦੋਂ ਜੇ ਤੂੰ ਗੁਰਮਤ ਦੇ ਧਾਰਨੀ ਹੋਣਾ, ਗੁਰੂ ਦੀ ਮੱਤ ਨੂੰ ਜੀਣਾ ਚਾਹੁੰਦੇ, ਤੇ ਪਹਿਲੀਆਂ ਕੁਝ ਗੱਲਾਂ ਨੇ ਵੀ ਤੇਰੇ ਅੰਦਰ ਆਪਾ ਭਾਵ, ਹਉਮੈ, ਹੰਕਾਰ ਤਾਂ ਬਿਲਕੁਲ ਨਹੀਂ ਚਾਹੀਦਾ। ਜੇ ਤੂੰ ਸਮਝੇ ਮੈਂ ਇਹ ਹਾਂ, ਮੈਂ ਬੜਾ ਦਾਨਾ ਹਾਂ, ਮੇਰੇ ਕੋਲ ਇਹ ਹੈ, ਉਹ ਅਸੀਂ ਆਪਣੀਆਂ
ਦਲੀਲਾਂ ਆਰਗੂਮੈਂਟ ਦੇ ਵਿੱਚ ਹੀ ਇੰਨੇ ਫਸ ਜਾਂਦੇ ਆ ਵੀ ਗੁਰੂ ਦੀ ਗੱਲ ਸਾਡੇ ਉੱਤੇ ਅਸਰ ਹੀ ਨਹੀਂ ਕਰਦੀ। ਉਹ ਤਾਂ ਤਦੋਂ ਹੀ ਗੁਰੂ ਦੀ ਗੱਲ ਤੇ ਤਦੋਂ ਹੀ ਗ੍ਰਹਿਣ ਕੀਤੀ ਜਾ ਜੇ ਮੈਂ ਸਮਝਾਂ ਸਤਿਗੁਰੂ ਮੈਨੂੰ ਤਾਂ ਕੋਈ ਮੱਤ ਨਹੀਂ, ਮੈਂ ਤਾਂ ਮੱਤ ਲੈਣ ਆਇਆ, ਤੇ ਜੇ ਮੈਂ ਮੱਤ ਦੇਣ ਆਇਆ ਫਿਰ ਤਾਂ ਸਾਰੀ ਗਿਆ। ਸੋਚੋ ਜ਼ਰਾ, ਜੇ ਮੈਂ ਮੱਤ ਦੇਣ ਆਇਆ ਵੀ ਨਹੀਂ ਨਹੀਂ ਮੈਂ ਗੁਰੂ ਨੂੰ ਤਾਂ ਕੁਝ ਨਹੀਂ ਪਤਾ, ਮੈਨੂੰ ਤਾਂ ਬਹੁਤ ਕੁਝ ਪਤਾ, ਨਹੀਂ ਗੁਰੂ ਸਾਹਿਬ ਜੇ ਆਹ ਗੱਲ ਐਵੇਂ ਕਹਿ ਜਾਂਦੇ ਨਾ ਤੇ ਜ਼ਿਆਦਾ, ਇਹਦਾ ਮਤਲਬ ਹੈ ਤੂੰ ਆਪਣੀ ਸਿਆਣਪ ਦੱਸਣ ਆਇਆ ਵੀ ਮੈਂ ਕਿੰਨਾ ਸਿਆਣਾ, ਤੂੰ ਗੁਰੂ ਕੋਲੋਂ ਮੱਤ ਲੈਣ ਨਹੀਂ ਆਇਆ। ਇੱਥੇ ਉਲਝਣ ਹੈ। ਤੋ ਸਿੱਖ ਉਹ ਜਿਹੜਾ ਗੁਰੂ ਕੋਲੋਂ ਮੱਤ ਲੈਂਦਾ ਹੈ ਤੇ ਮੱਤ ਲੈਣ ਵਾਸਤੇ ਉਹਨੂੰ ਨਿਉਣਾ ਪੈਂਦਾ ਹੈ, ਮਨ ਨਿਮਰਤਾ ਵਿੱਚ ਰੱਖਣਾ ਪੈਂਦਾ ਹੈ, ਸਹਿਜ ਵਿੱਚ ਰੱਖਣਾ ਪੈਂਦਾ ਹੈ, ਬੜੇ ਧੀਰਜ ਨਾਲ, ਕਾਹਲੇ ਨਹੀਂ ਪੈਣਾ। ਗੁਰੂ ਦੀ ਮੱਤ ਨੂੰ ਬੜੇ ਧੀਰਜ ਨਾਲ ਸੁਣਨਾ ਹੈ, ਸਮਝਣਾ ਹੈ ਵੀ ਗੁਰੂ ਨੇ ਕੀ ਆਖਿਆ, ਕਿਉਂਕਿ ਜੋ ਗੁਰੂ ਆਖ ਰਿਹਾ ਹੈ ਉਹ ਗੁਰੂ ਦੇ ਕਹੇ ਹੋਏ ਬੋਲ ਮੇਰੇ ਸੁਭਾਅ ਤੋਂ, ਮੇਰੀ ਨੇਚਰ ਤੋਂ ਉਲਟ ਵੀ ਹੋ ਸਕਦੇ ਨੇ। ਇਸ ਕਰਕੇ ਧੀਰਜ ਦੀ ਲੋੜ ਪਏਗੀ। ਜੇ ਮੈਂ ਕਾਹਲਾ ਪੈ ਗਿਆ, ਇਹ ਕਿਵੇਂ ਹੋ ਸਕਦਾ ਵੀ ਜਿਹੜੀ ਗੱਲ ਮੈਨੂੰ ਫਿੱਟ ਬਹਿ ਗਈ ਮੈਂ ਉੱਥੇ ਕਹਾਂਗਾ ਵੀ ਬਹੁਤ ਵਧੀਆ ਬਹੁਤ ਵਧੀਆ, ਜਿਹੜੀ ਗੱਲ ਮੇਰੇ ਮੁਤਾਬਕ ਨਾ ਹੋਈ ਮੈਂ ਕਹਾਂ ਨਹੀਂ ਜੀ ਨਹੀਂ ਇਹ ਨਹੀਂ ਹੋ ਸਕਦਾ, ਉਵੇਂ ਨਹੀਂ ਹੋ, ਇਸ ਤਰ੍ਹਾਂ ਥੋੜੀ ਚੱਲੇਗਾ। ਉੱਥੇ ਫਿਰ ਧੀਰਜ ਰੱਖਣਾ ਪਏਗਾ ਨਾ, ਟਿਕਾ ਰੱਖਣਾ ਪਏਗਾ ਵੀ ਭਾਵੇਂ ਮੇਰਾ ਸੁਭਾਅ ਇਸ ਤੋਂ ਉਲਟ ਹੈ, ਮੇਰੀਆਂ ਆਦਤਾਂ ਇਸ ਤੋਂ ਵੱਖਰੀਆਂ ਨੇ, ਪਰ ਜੋ ਗੁਰੂ ਕਹਿ ਰਿਹਾ ਮੈਂ ਤਾਂ ਗੁਰੂ ਕੋਲੋਂ ਕੁਝ ਲੈਣ ਆਇਆ। ਤਾਂ ਇਹ ਚੋਟ ਸਹਾਰਾ ਹੈ ਸ਼ਬਦ ਕੀ ਤਾਸ ਗੁਰੂ। ਉੱਥੇ ਫਿਰ ਸ਼ਬਦ ਦੀ ਸੱਟ ਜਿਹੜੀ ਉਹ ਸਹਿਣ ਵਾਸਤੇ ਮਾਦਾ ਚਾਹੀਦਾ, ਅੰਦਰ ਭਾਵਨਾ ਚਾਹੀਦੀ। ਇਸ ਕਰਕੇ ਮੈਂ ਕਈ ਵਾਰ ਵੇਖਦਾ ਹਾਂ, ਜੇ ਮੈਨੂੰ ਗੁਰੂ ਦੀ ਗੱਲ ਪਸੰਦ ਨਾ ਆਈ ਤਾਂ ਦੱਸਣ ਵਾਲੇ ਨਾਲ ਮੇਰੀ ਉਲਝਣ ਪੈ ਜਾਣੀ ਹੈ। ਗੌਰ ਕਰਿਓ। ਤੇ ਜੇ ਦੱਸਣ ਵਾਲਾ, ਮੰਨ ਲਓ ਮੈਂ ਤੁਹਾਡੀ ਜਗ੍ਹਾ ਬੈਠਾ ਹਾਂ, ਮੇਰੀ ਵੀ ਇਹ ਦਸ਼ਾ ਹੋਏਗੀ, ਇਹ ਇਨਸਾਨੀ ਸੁਭਾਅ ਹੈ। ਮੰਨ ਲਓ ਗੁਰੂ ਦਾ ਕੋਈ ਬਚਨ ਐਸਾ ਮੈਨੂੰ ਕੋਈ ਦੱਸੇ ਵੀ ਆਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਲਿਖਿਆ, ਤੇ ਉਹ ਮੈਂ ਉਵੇਂ ਕਮਾਉਂਦਾ ਨਾ ਹੋਵਾਂ, ਕਰਦਾ ਨਾ ਹੋਵਾਂ, ਉਦੋਂ ਉਲਟ ਖਲੋਤਾ ਹੋਵਾਂ। ਹੁਣ ਮੇਰਾ ਮਨ ਖਿਜ ਨਾਲ ਤਾਂ ਭਰਨਾ ਹੀ ਹੈ, ਮੇਰੇ ਅੰਦਰ ਇੱਕ ਖਿਜ ਉੱਠਣੀ, ਮੇਰੀ ਹਉਮੈ ਨੇ, ਹੰਕਾਰ ਨੇ, ਉਹ ਗੱਲ ਅਸੈਪਟ ਨਹੀਂ ਕਰਨੀ। ਉੱਥੇ ਫਿਰ ਕੀ ਹੁੰਦਾ, ਗੁਰੂ ਤੇ ਗੁੱਸਾ ਤੇ ਮੈਂ ਕੱਢ ਨਹੀਂ ਸਕਦਾ, ਤੇ ਦੱਸਣ ਵਾਲੇ ਉੱਤੇ ਨਿਕਲੇਗਾ। ਹਮੇਸ਼ਾ ਐਸਾ ਹੁੰਦਾ ਹੈ ਕਿ ਦੱਸਣ ਵਾਲੇ ਉੱਤੇ ਗੁੱਸਾ ਨਿਕਲ ਜਾਂਦਾ ਹੈ। ਫਿਰ ਅਸੀਂ ਆਖਦੇ ਹਾਂ ਨਹੀਂ 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 ਇਸ ਤਰ੍ਹਾਂ ਨਹੀਂ ਹੋ ਸਕਦਾ, ਉਸ ਤਰ੍ਹਾਂ ਨਹੀਂ, ਯਾਨੀ ਕਿ ਅਸੀਂ ਉਸ ਗੱਲ ਤੋਂ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਆਰਗੂਮੈਂਟ ਨਾਲ, ਆਪਣੀ ਚਲਾਕੀ ਤੇ ਚਤੁਰਾਈ ਦੇ ਨਾਲ। ਅਸੀਂ ਚਾਹੁੰਦੇ ਹਾਂ ਇਹ ਨਾ ਹੀ ਗੱਲ ਛੇੜੀ ਜਾਏ। ਤਾਂ ਮੁਆਫ ਕਰਨਾ, ਸ਼ਰਾਬੀ ਚਾਹੇਗਾ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਸ਼ਰਾਬ ਦਾ ਸ਼ਬਦ ਮੈਨੂੰ ਨਾ ਸੁਣਾਓ, ਹੋਰ ਗੱਲਾਂ ਸੁਣਾਓ ਜਿਹੜੀਆਂ ਲਿਖੀਆਂ ਨੇ। ਇਸ ਤਰ੍ਹਾਂ ਵਾਪਰਦਾ। ਜਿਹੜਾ ਮਨੁੱਖ ਰਿਸ਼ਵਤ ਲੈਂਦਾ ਉਹ ਆਖੇਗਾ ਤੁਸੀਂ ਉਹ ਗੱਲ ਛੱਡੋ ਜੀ, ਹੋਰ ਗੱਲ ਕਰੋ ਜਿਹੜੀ ਕਰਨ ਵਾਲੀ, ਯਾਨੀ ਕਿ ਉਸ ਨੁਕਤੇ ਤੇ ਤੁਸੀਂ ਨਾ ਆਓ, ਮੇਰੀ ਈਗੋ ਹਰਟ ਹੁੰਦੀ ਹੈ, ਮੇਰੇ ਹੰਕਾਰ ਨੂੰ ਸੱਟ ਵੱਜਦੀ ਹੈ। ਤੋ ਇਸ ਤਰ੍ਹਾਂ ਮਨੁੱਖ ਜਿਹੜਾ ਸਮਰਪਿਤ ਹੀ ਨਹੀਂ, ਗੁਰੂ ਦੇ ਬਚਨ ਸੁਣਨ ਵਾਸਤੇ ਰੈਡੀ ਹੀ ਨਹੀਂ, ਉਹ ਅਪਲਾਈ ਕਿਹੜੇ ਸਮੇਂ ਵਿੱਚ ਕਰੇਗਾ? ਤੁਸੀਂ ਸੋਚ ਕੇ ਵੇਖੋ। ਕਦੋਂ ਵਕਤ ਆਏਗਾ ਜਦੋਂ ਗੁਰੂ ਦੇ ਉਸ ਬਚਨ ਨੂੰ ਮੰਨੇਗਾ, ਜੀਵੇਗਾ। ਇੱਥੇ ਆ ਕੇ ਮਹਾਰਾਜ ਨੇ ਕਿ ਖਾਕ ਹੋ, ਨਿਮਰਤਾ ਵਿੱਚ ਰਹਿ, ਧੀਰਜ ਰੱਖ, ਸਹਿਣ ਕਰ ਗੁਰੂ ਦਾ ਬਚਨ, ਇਹਦੀ ਚੋਟ ਸਹਿ ਲਏਗਾ ਤੇ ਜੀਵਨ ਬਣ ਜਾਏਗਾ। ਨਾ ਸਹੀ ਗਈ ਤੇ ਜਿਹੋ ਜਿਹਾ ਤੂੰ ਹੈ ਉਹ ਤਾਂ ਫਿਰ ਹੈ ਹੀ, ਜਿਹੋ ਜਿਹਾ ਤੂੰ ਹੈ ਉਹ ਜਿਹਾ ਤਾਂ ਤੂੰ ਰਹਿਣਾ ਹੀ ਹੈ। ਫਿਰ ਜੇ ਤੂੰ ਚੋਟ ਸਹਿ ਲਈ, ਇਹਨਾਂ ਮਾਦਾ ਤੂੰ ਧੀਰਜ ਆਪਣੇ ਅੰਦਰ ਪੈਦਾ ਕਰ ਲਿਆ, ਫਿਰ ਤਾਂ ਗੁਰੂ ਤੈਨੂੰ ਬਦਲ ਕੇ ਤੇਰਾ ਜੀਵਨ ਤਬਦੀਲ ਕਰ ਦੇਗਾ, ਫਿਰ ਤੂੰ ਮਨਮੁਖ ਤੋਂ ਗੁਰਮੁਖ ਹੋ ਜਾਏਗਾ। ਤੇ ਜੇ ਤੂੰ ਇਹ ਸ਼ਬਦ ਦੀ ਸੱਟ ਨਾ ਸਹਿ ਸਕਿਆ, ਤੇਰੀ ਹਉਮੈ ਨੇ ਇਹ ਗੱਲ ਪ੍ਰਵਾਨ ਨਾ ਕੀਤੀ, ਤੂੰ ਆਪਣਾ ਹੰਕਾਰ ਹੀ ਲਈ ਬੈਠਾ ਰਿਹਾ, ਫਿਰ ਤਾਂ ਤੂੰ ਜਿਹੋ ਜਿਹਾ ਹੈ ਸੋ ਠੀਕ ਹੀ ਹੈ। ਇਹ ਫਰਕ ਹੈ। ਧੰਨ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਭਾਈ ਲਹਿਣਾ ਜੀ 7 ਸਾਲ ਸੇਵਾ ਕਰਦੇ ਹਨ। 7 ਸਾਲ ਤੇ ਸੇਵਾ ਕੱਲੀ ਫਿਜ਼ੀਕਲੀ ਨਹੀਂ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਸ਼ਬਦ ਜਿਹੜਾ ਹੈ ਨਾ ਬਾਣੀ ਵਿੱਚ, ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ। ਉਹ ਤਾਂ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਵੀ ਜਿਵੇਂ ਹਨੇਰੀ ਆਉਂਦੀ ਤੇ ਛੱਪਰ ਉੱਡ ਜਾਂਦਾ ਹੈ, ਸਾਰਾ ਕੁਝ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ। ਹੁਣ ਹੈਰਾਨੀ ਦੀ ਗੱਲ ਹੈ ਵੀ ਉਹ ਸਾਰੇ ਸ਼ਬਦ ਨੂੰ ਤੁਸੀਂ ਧਿਆਨ ਨਾਲ ਪੜੋਗੇ ਨਾ, ਵੀ ਪਹਿਲੋਂ ਹਨੇਰੀ ਆਉਂਦੀ ਹੈ, ਝੱਖੜ ਝੁੱਲਦਾ, ਸਾਰਾ ਕੁਝ ਬਣਿਆ ਬਣਾਇਆ ਢਾਹ ਕੇ ਥੱਲੇ ਸੁੱਟ ਜਾਂਦਾ ਹੈ। ਫਿਰ ਉਸ ਤੋਂ ਬਾਅਦ ਹਨੇਰੀ ਤੋਂ ਬਾਅਦ, ਹਵਾ ਤੋਂ ਬਾਅਦ ਫਿਰ ਮੀਂਹ ਆਇਆ ਤੇ ਮੀਂਹ ਪਿਆ। ਯਾਨੀ ਕਿ ਉੱਥੇ ਕਬੀਰ ਸਾਹਿਬ
ਇਹ ਵੀ ਸਮਝਾਉਣ ਦਾ ਯਤਨ ਕਰ ਰਹੇ ਨੇ ਸਾਨੂੰ ਕਿ ਜਦੋਂ ਗੁਰੂ ਦੇ ਗਿਆਨ ਦਾ ਝੱਖੜ ਤੇਰੇ ਜੀਵਨ 'ਚ ਝੁੱਲਿਆ ਨਾ, ਤੇਰਾ ਬਣਾਇਆ ਹੋਇਆ ਬਹੁਤ ਕੁਝ ਉਹਨੇ ਢਹਿ ਢੇਰੀ ਕਰੀ ਜਾਣਾ। ਜਿਹਨੂੰ ਤੂੰ ਬਣਾ ਕੇ ਬੈਠਾ ਨਾ ਵੀ ਆਹ ਚੀਜ਼ ਮੈਂ ਬਣਾਈ ਹੈ, ਆਹ ਮੇਰੀ ਹੈ, ਬਣਤਰ ਹੈ, ਇਹ ਕਾਇਮ ਰਵੇ ਕਾਇਮ ਰਵੇ। ਯਾਨੀ ਕਿ ਤੂੰ ਜਿਹੜੇ ਝੂਠ ਦੇ ਮਹਿਲ ਬਣਾਈ ਬੈਠਾ ਨਾ, ਉਹ ਢਾਹ ਢੇਰੀ ਉਹਨੇ ਕਰ ਦੇਣੇ ਨੇ। ਉਦੋਂ ਬਾਅਦ ਬਖਸ਼ਿਸ਼ ਦਾ ਮੀਂਹ ਵਰਨਾ ਤੇਰੇ ਉੱਤੇ। ਝੂਠ ਦੇ ਮਹਿਲ ਵਿੱਚ ਬੈਠਿਆ ਹੋਇਆ ਤੇਰੇ ਤੇ ਬਖਸ਼ਿਸ਼ ਹੋ ਜਾਏ, ਇਹ ਕਾਇਦਾ ਨਹੀਂ, ਇਹ ਦਸਤੂਰ ਨਹੀਂ। ਪਹਿਲਾਂ ਇਹ ਮਹਿਲ ਟੁੱਟਣਗੇ। ਤਾਈਓ ਬਾਣੀ ਦੇ ਵਿੱਚ ਕਿਹਾ ਹਸਤੀ ਸਿਰ ਜਿਉ। ਹੁਣ ਤੁਸੀਂ ਕੀ ਸੋਚਦੇ ਹੋ ਵੀ ਜਿਸ ਵੇਲੇ ਹਾਥੀ ਦੇ ਸਿਰ ਵਿੱਚ ਅੰਕੁਸ਼ ਮਾਰਦਾ ਹੈ ਮਹਾਵਤ, ਉਹਨੂੰ ਕਿਤੇ ਖੁਸ਼ੀ ਹੁੰਦੀ ਹੈ? ਉਹਦੀਆਂ ਚੀਕਾਂ ਨਿਕਲ ਜਾਂਦੀਆਂ, ਕਿਉਂਕਿ ਉੱਥੇ ਕੀ ਉਹਦੀਆਂ ਉਹ ਨਾੜਾਂ ਨੇ ਜਿਨ੍ਹਾਂ ਦੇ ਉੱਤੇ ਉਹ ਸੱਟ ਮਾਰਦਾ ਹੈ। ਵੇਖੋ ਹਾਥੀ ਆਕਾਰ ਵਿੱਚ ਬੜਾ ਵੱਡਾ ਹੈ, ਤਾਕਤ ਵਿੱਚ ਬੜਾ ਵੱਡਾ ਹੈ। ਇਨਸਾਨ ਦੀ ਤਾਕਤ ਉਹਦੇ ਸਾਹਮਣੇ ਫਿਜ਼ੀਕਲੀ ਕੱਖ ਵੀ ਨਹੀਂ। ਪਰ ਮਨੁੱਖ ਨੇ ਆਪਣੀ ਬੁੱਧੀ ਦੇ ਨਾਲ, ਆਪਣੀ ਸਿਆਣਪ ਦੇ ਨਾਲ ਇਹ ਪੱਕਾ ਪਤਾ ਲਾ ਲਿਆ ਵੀ ਹਾਥੀ ਦੀ ਕਮਜ਼ੋਰ ਰਗ ਕਿਹੜੀ ਹੈ। ਯਾਨੀ ਕਿ ਉਸ ਤਾਕਤ ਦੀ ਇੱਕ ਕਮਜ਼ੋਰੀ ਹੈ। ਤੋ ਉਹ ਵੇਖੋ ਇੱਕ ਸਧਾਰਨ ਜਿਹਾ ਬੰਦਾ, ਨਾ ਹਾਥੀ ਨੂੰ ਲਗਾਮ ਪੈਂਦੀ ਹੈ ਤੇ ਨਾ ਹਾਥੀ ਨੂੰ ਰੱਸਾ ਪੈਂਦਾ ਹੈ। ਉਹਨੂੰ ਲਗਾਮ ਨਹੀਂ ਪੈਂਦੀ। ਜਿਵੇਂ ਘੋੜੇ ਨੂੰ ਲਗਾਮ ਪਾ ਕੇ ਅਸੀਂ ਫੜ ਲੈਂਦੇ ਹਾਂ, ਹਾਥੀ ਨੂੰ ਕਿੱਥੇ ਪੈਂਦੀ ਹੈ? ਮੈਨੂੰ ਇੱਕ ਘਟਨਾ ਯਾਦ ਆਈ। ਨਾਦਰ ਸ਼ਾਹ ਜਿਹੜਾ ਕਾਬਲ ਦਾ ਵੀ ਬਾਦਸ਼ਾਹ ਸੀ, ਅਫਗਾਨਿਸਤਾਨ ਦਾ, ਤੇ ਭਾਰਤ ਉੱਤੇ ਵੀ ਉਹਨਾਂ ਹਮਲੇ ਕੀਤੇ। ਸਿੱਖਾਂ ਨਾਲ ਉਹਦਾ ਕਾਫੀ ਕਲੇਸ਼ ਰਿਹਾ ਇਸ ਗੱਲ ਤੋਂ, ਕਿਉਂਕਿ ਉਹ ਲੁੱਟਮਾਰ ਕਰਦਾ ਸੀ, ਸਿੱਖ ਉਹਨੂੰ ਰੋਕਦੇ ਸਨ। ਔਰ ਉਹ ਇੱਕ ਵਾਰ ਹਾਥੀ ਉੱਤੇ ਸਵਾਰ ਹੋਇਆ, ਪਹਿਲੀ ਵਾਰ। ਉਸਨੇ ਮਹਾਵਤ ਨੂੰ ਆਖਿਆ ਵੀ ਇਹਦਾ ਕੰਟਰੋਲ ਕਿਹਦੇ ਹੱਥ ਵਿੱਚ ਹੁੰਦਾ ਹੈ? ਕੋਈ ਮੇਰੇ ਹੱਥ ਵਿੱਚ ਕੰਟਰੋਲ ਹੋਏਗਾ ਇਹਦਾ? ਉਹ ਮਹਾਵਤ ਮੁਸਕਰਾ ਪਿਆ। ਉਹਨੂੰ ਲੱਗਿਆ ਵੀ ਪਹਿਲੀ ਵਾਰ ਹਾਥੀ ਤੇ ਬੈਠੇ, ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਘੋੜਾ ਨਹੀਂ ਹੈ, ਇਹ ਹਾਥੀ ਹੈ। ਘੋੜੇ ਦੀ ਕਾਠੀ ਤੇ ਬੈਠ ਕੇ ਤੁਸੀਂ ਉਹਦੀਆਂ ਲਗਾਮਾਂ ਸਵਾਰ ਆਪਣੇ ਹੱਥ 'ਚ ਲੈ ਲੈਂਦਾ, ਪਰ ਹਾਥੀ ਘੋੜੇ ਦੀਆਂ ਲਗਾਮਾਂ ਤਾਂ ਸਵਾਰ ਦੇ ਹੱਥ 'ਚ ਆ ਜਾਂਦੀਆਂ ਨੇ, ਪਰ ਹਾਥੀ ਦੀ ਸਵਾਰੀ ਵਿਪਰੀਤ ਹੈ। ਇਹਨੂੰ ਮੈਂ ਚਲਾਵਾਂਗਾ, ਇਹਨੂੰ ਚਲਾਉਣ ਦਾ ਤਰੀਕਾ ਮੇਰੇ ਕੋਲ ਹੈ। ਉਹਨੂੰ ਪਿੱਛਾ ਭੌਂ ਕੇ ਵੇਖਿਆ, ਹੱਥ ਜੋੜੇ, ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਤੁਸੀਂ ਆਰਾਮ ਨਾਲ ਬੈਠੋ, ਚਿੰਤਾ ਨਾ ਕਰੋ। ਜਦੋਂ ਤੁਹਾਡਾ ਹੁਕਮ ਹੋਏਗਾ ਬਿਠਾ ਦਿੱਤਾ ਜਾਏਗਾ ਇਹਨੂੰ, ਜਦੋਂ ਹੁਕਮ ਹੋਏਗਾ ਉਠਾ ਲਿਆ ਜਾਏਗਾ, ਜਦੋਂ ਹੁਕਮ ਹੋਏਗਾ ਤੋਰ ਲਿਆ ਜਾਏਗਾ। ਤੁਸੀਂ ਮੈਨੂੰ ਕਹਿਣਾ, ਮੈਂ ਸਾਰਾ ਕੁਝ ਆਪੇ ਕਰਾਂਗਾ। ਕਹਿਣ ਲੱਗਿਆ ਬਿਠਾ ਇਹਨੂੰ। ਉਹਨੇ ਬਿਠਾ ਦਿੱਤਾ। ਉਹਨੇ ਹੌਦੇ ਚੋਂ ਛਾਲ ਮਾਰੀ ਤੇ ਥੱਲੇ ਉਤਰ ਗਿਆ। ਹੁਣ ਮਹਾਵਤ ਇਸ ਗੱਲ ਤੋਂ ਡਰ ਗਿਆ ਵੀ ਬਾਦਸ਼ਾਹ ਦੇ ਸ਼ਾਇਦ ਮੈਂ ਕੋਈ ਗਲਤ ਗੱਲ ਕਹਿ ਦਿੱਤੀ ਹੈ। ਉਹ ਵੀ ਮਗਰ ਉਤਰਿਆ ਤੇ ਆ ਕੇ ਕਹਿਣ ਲੱਗਿਆ ਜੀ ਮੇਰੇ ਕੋਲੋਂ ਕੋਈ ਗੁਸਤਾਖੀ ਹੋ ਗਈ, ਕੋਈ ਗਲਤੀ ਹੋਈ। ਨਾਦਰ ਸ਼ਾਹ ਕਹਿੰਦਾ ਨਹੀਂ, ਤੇਰੇ ਕੋਲੋਂ ਕੋਈ ਗਲਤੀ ਨਹੀਂ ਹੋਈ। ਮੇਰਾ ਇੱਕ ਸੁਭਾਅ ਹੈ, ਜਿਹੜੀ ਚੀਜ਼ ਦਾ ਕੰਟਰੋਲ ਮੇਰੇ ਹੱਥ ਵਿੱਚ ਨਾ ਹੋਵੇ ਮੈਂ ਉਹਦੇ ਤੇ ਭਰੋਸਾ ਨਹੀਂ ਕਰਦਾ। ਮੈਂ ਇੱਕ ਰਾਜਨੀਤਿਕ ਆਦਮੀ ਹਾਂ, ਤੇ ਰਾਜਨੀਤੀ ਇਹ ਗੱਲ ਕਹਿੰਦੀ ਹੈ ਕਿਸੇ ਦੂਸਰੇ ਤੇ ਡਿਪੈਂਡ ਨਾ ਹੋਵੋ। ਉਹ ਤੁਹਾਨੂੰ ਕਿਤੇ ਵੀ ਖਤਾ ਦੇ ਸਕਦਾ, ਧੋਖਾ ਦੇ ਸਕਦਾ। ਤਾਂ ਮੈਂ ਗਿੱਝਾ ਹੋਇਆ ਘੋੜੇ ਦੀ ਸਵਾਰੀ ਕਰਨ, ਤੇ ਘੋੜੇ ਦੀ ਲਗਾਮ ਮੇਰੇ ਹੱਥ ਵਿੱਚ ਹੁੰਦੀ ਹੈ। ਸੋ ਮੈਂ ਐਸੀ ਸਵਾਰੀ ਨਹੀਂ ਕਰਾਂਗਾ ਜਿਹਦੀ ਲਗਾਮ ਮੇਰੇ ਹੱਥ ਵਿੱਚ ਨਹੀਂ, ਉਹਨੂੰ ਕੋਈ ਦੂਸਰਾ ਚਲਾ ਰਿਹਾ ਹੈ। ਇਹ ਉਹਦੀ ਸੋਚ ਹੈ। ਪਰ ਹੁਣ ਦੇਖੋ ਮਹਾਵਤ ਜਿਹੜਾ ਉਹ ਹਾਥੀ ਦੇ ਉੱਤੇ ਬੈਠਾ ਹੋਇਆ, ਉਹ ਜਾਣਦਾ ਵੀ ਇਹਦੇ ਸਿਰ ਦੇ ਵਿੱਚ, ਉਹ ਵੀ ਫਿਰ ਕੋਈ ਬੜੇ ਜ਼ੋਰ ਦੀ ਕੁੰਡਾ ਨਹੀਂ ਵੱਜਦਾ, ਬਸ ਮਾੜੀ ਜੀ ਟਕੋਰ ਮਾਰਨੀ ਹੁੰਦੀ ਉਹਦੇ ਸਿਰ ਵਿੱਚ। ਇਹ ਮਹਾਵਤ ਹੀ ਜਾਣਦਾ ਵੀ ਕਿੱਥੇ ਕੁ ਵੱਜੇਗੀ। ਉਹੀ ਉਹਦੀ ਕਮਜ਼ੋਰ ਰਾਗ ਹੈ, ਉੱਥੇ ਹੀ ਉਹ ਚੋਟ ਵੱਜੇਗੀ। ਉਸ ਚੋਟ ਦੇ ਮੁਤਾਬਕ ਹਾਥੀ ਮਹਾਵਤ ਦੇ ਕੰਟਰੋਲ ਵਿੱਚ ਰਹੇਗਾ। ਦੂਸਰੀ ਉਦਾਹਰਨ ਦਿੱਤੀ ਹੈ, ਐਰਣ ਜਿਉਂ ਸਿਰ ਦੇ। ਲੋਹਾਰ ਦੀ ਦੁਕਾਨ ਉੱਤੇ ਨਾ, ਜਿੱਥੇ ਉਹ ਲੋਹੇ ਨੂੰ ਇੱਕ ਪਾਸੇ ਭੱਠੀ 'ਚ ਤੱਤਾ ਕਰਦਾ, ਫਿਰ ਉਹ ਇੱਕ ਲੋਹੇ ਦੀ ਸਿੱਲ ਪਈ ਹੋਈ ਹੈ ਜਿਹਨੂੰ ਅਸੀਂ ਐਰਣ ਕਹਿੰਦੇ ਹਾਂ। ਉਸ ਐਰਣ ਉੱਤੇ ਉਹ ਗਰਮ ਕੀਤਾ ਲੋਹਾ ਰੱਖਦਾ ਤੇ ਹਥੌੜਿਆਂ ਦੀਆਂ ਜ਼ੋਰ-ਜ਼ੋਰ ਦੀ ਸੱਟਾਂ ਮਾਰ ਕੇ ਫਿਰ ਉਹਨੂੰ ਠੀਕ ਸਿੱਧਾ ਕਰਦਾ, ਆਪਣੇ ਹਿਸਾਬ ਨਾਲ ਘੜਦਾ। ਹੁਣ ਉਸ ਐਰਣ ਉੱਤੇ ਜਿੰਨੀਆਂ ਸੱਟਾਂ ਵੱਜਣਗੀਆਂ ਓਨਾ ਹੀ ਲੋਹਾ ਘੜਿਆ ਜਾਏਗਾ। ਦੋ ਉਦਾਹਰਨਾਂ ਗੁਰੂ ਪਾਤਸ਼ਾਹ ਨੇ ਦੇ ਦਿੱਤੀਆਂ। ਕਹਿੰਦੇ ਨੇ ਗੁਰੂ ਦੇ ਹੁਕਮ ਅੱਗੇ ਵੀ ਐਰਣ ਦੀ ਸੱਟ ਸਹਿਣ ਵਾਂਗ ਧੀਰਜ ਰੱਖਣਾ ਪੈਂਦਾ ਹੈ, ਤਾਂ ਹੀ ਗੁਰੂ ਸਾਡੀ ਕਮਜ਼ੋਰੀ ਨੂੰ ਬਾਹਰ ਕੱਢ ਸਕਦਾ ਹੈ ਨਾ। ਉਥੇ ਐਰਣ ਵਾਂਗ ਸਾਨੂੰ ਆਪਣਾ ਆਪ ਗੁਰੂ ਅੱਗੇ ਰੱਖਣਾ ਪੈਂਦਾ, ਤਾਂ ਕਿ ਗੁਰੂ ਦੇ ਸ਼ਬਦ ਦੀ ਜਿੰਨੀ ਚੋਟ ਸਾਡੇ ਤੇ ਵੱਜਦੀ ਜਾਏਗੀ ਜੀਵਨ ਘੜਿਆ ਜਾਏਗਾ। ਜਿਹੜਾ ਇਸ ਗੱਲ ਤੋਂ ਇਨਕਾਰੀ ਹੋ ਗਿਆ ਉਹ ਤਾਂ ਫਿਰ ਜਿਹੋ ਜਿਹਾ ਹੈ ਉਹੋ ਜਿਹਾ ਹੈ ਹੀ, ਉੱਥੇ ਤੇ ਕੋਈ ਜ਼ੋਰ ਨਹੀਂ ਨਾ। ਉੱਥੇ ਜਾ ਕੇ ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ,
ਜੋ ਸਿੱਖਾਂ ਮੈਂ ਚੂਕ। ਅੰਧੇ ਅਸੀਂ ਜਿਵੇਂ ਕਹਦੇ ਨੇ ਨਾ, ਮੈਨੂੰ ਆਹ ਗੱਲ ਤਾਂ ਬੜੀ ਪਸੰਦ ਹੈ ਮਹਾਰਾਜ ਦੀ, ਪਰ ਇੱਥੇ ਜਾ ਕੇ ਜੇ ਮਹਾਰਾਜ ਥੋੜਾ ਜਿਹਾ ਐਵੇਂ ਕਰ ਲੈਂਦੇ ਨੇ, ਤਾਂ ਮਤਲਬ ਗੁਰੂ ਉਪਦੇਸ਼ ਵੀ ਸਿੱਖ ਦੇ ਹਿਸਾਬ ਨਾਲ ਦੇਵੇ ਵੀ ਤੂੰ ਕੀ ਚਾਹੁੰਦਾ ਹੈ। ਤੂੰ ਸ਼ਰਾਬੀ ਆਪਣੀ ਆਪਸ਼ਨ ਲੈ ਲਵੇ, ਡਰੱਗ ਲੈਣ ਵਾਲਾ ਆਪਣੀ ਆਪਸ਼ਨ ਲੈ ਲਵੇ, ਜਿਹੜਾ ਨੀਵੇਂ ਕਿਰਦਾਰ ਦਾ ਜੂਆ ਖੇਡਣ ਵਾਲਾ ਉਹ ਆਪਣੀ ਆਪਸ਼ਨ। ਅਸੀਂ ਸਾਰੇ ਆਪਸ਼ਨ ਚਾਹੁੰਦੇ ਆ ਵੀ ਧਰਮ ਵੀ ਉਹ ਚਾਹੀਦਾ ਜਿਹਦੇ ਚ ਆਪਸ਼ਨ ਹੋਵੇ, ਵੀ ਜਿੱਥੇ ਮੈਂ ਆਪਣੀ ਮਨ ਮਰਜ਼ੀ ਨਾਲ ਕੁਝ ਬਦਲ ਸਕਾਂ, ਕੁਝ ਚੇਂਜ ਕਰ, ਫਿਰ ਉਹ ਧਰਮ ਥੋੜੀ ਰਹੇਗਾ। ਫਿਰ ਤਾਂ ਤੁਸੀਂ ਜਿਹੋ ਜਿਹੇ ਹੋ ਫਿਰ ਠੀਕ ਹੀ ਹੈ, ਫਿਰ ਤੇ ਧਰਮ ਦੀ ਲੋੜ ਹੀ ਨਹੀਂ। ਜੇ ਆਪਸ਼ਨਾਂ ਹੀ ਚਾਹੀਦੀਆਂ ਨੇ, ਉਹ ਤਾਂ ਫਿਰ ਜਿੰਨੇ ਕੁ ਗੁਣ ਸਾਡੇ ਚ ਹਨ ਉਹ ਹਨ, ਜਿਹੜੇ ਔਗਣ ਨੇ ਫਿਰ ਉਹ ਹੈ ਹੀ ਨੇ। ਅਸੀਂ ਔਗਣਾਂ ਦੀ ਆਪਸ਼ਨ ਹੀ ਲੈਣੀ ਹੁੰਦੀ ਏ। ਅਸੀਂ ਇਹੋ ਹੀ ਚਾਹੁੰਦੇ ਆ ਨਾ ਵੀ ਇੰਨੀ ਕੁ ਖੁੱਲ ਹੋਵੇ। ਖੁੱਲ ਕਿੰਨੀ ਚਾਹੁੰਦੇ ਆ ਅਸੀਂ, ਵੀ ਜਿਹੜੇ ਸਾਡੇ ਚ ਔਗਣ ਨੇ ਉਹ ਔਗਣ ਹੀ ਰਹਿਣ, ਉਹਨਾਂ ਨੂੰ ਬਦਲਣਾ ਨਾ ਪਵੇ, ਤੇ ਫਿਰ ਤਾਂ ਠੀਕ ਹੀ ਹੈ। ਫਿਰ ਤਾਂ ਧਰਮ ਵਿੱਚ ਦਖਲਅੰਦਾਜ਼ੀ ਦੀ ਲੋੜ ਹੀ ਨਹੀਂ। ਫਿਰ ਤਾਂ ਜੋ ਅਸੀਂ ਹਾਂ, ਜਿਸ ਤਰ੍ਹਾਂ ਦੇ ਹਾਂ, ਫਿਰ ਠੀਕ ਹੈ। ਇੱਥੇ ਆ ਕੇ ਸਤਿਗੁਰੂ ਕਹਿੰਦੇ ਨੇ ਧੀਰਜ ਰੱਖ, ਹੁਣ ਚੋਟ ਸਹਿਣ ਵਾਸਤੇ ਮਾਦਾ ਪੈਦਾ ਕਰ ਤੇ ਨਿਮਰਤਾ ਰੱਖ। ਇਹਨੂੰ ਆਖਿਆ ਖਾਕ ਹੋ, ਚਰਨ ਧੂੜ ਬਣ। ਸਤਿਗੁਰੂ ਪਾਤਸ਼ਾਹ ਆਖਦੇ ਨੇ ਇਹ ਮੇਰੀ ਬੇਨਤੀ ਹੈ, ਬਿਨੋ ਸੁਨੋ ਤੁਮ ਪਾਰ ਬ੍ਰਹਮ। ਹੈ ਅਕਾਲ ਪੁਰਖ ਜੀ, ਮੇਰੀ ਇਸ ਬੇਨਤੀ ਨੂੰ ਕਬੂਲ ਕਰੋ, ਪ੍ਰਵਾਨ ਕਰੋ। ਦੀਨ ਦਇਆਲ ਗੋਪਾਲ, ਹੈ ਗਰੀਬਾਂ ਨੇ ਮਾਣਿਆ ਤੇ ਦਇਆ ਕਰਨ ਵਾਲੇ, ਹੈ ਸ੍ਰਿਸ਼ਟੀ ਦੇ ਪਾਲਕ। ਸੁਖ ਸੰਪੈ ਬਹੁ ਭੋਗ ਰਸ, ਮੇਰੇ ਲਈ ਸਾਰੇ ਸੁਖ ਸਾਰੀ ਧਨ ਪੂੰਜੀ, ਮੇਰੇ ਲਈ ਸਾਰੇ ਸੰਸਾਰ ਦੇ ਪਦਾਰਥਾਂ ਦੇ ਰਸ ਇਸੇ ਵਿੱਚ ਨੇ। ਨਾਨਕ ਸਾਧਰਵਾਲ, ਮੈਂ ਤੁਹਾਡੇ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਹੋ ਜਾਵਾਂ। ਸਤਿਗੁਰੂ ਅੱਗੇ ਪੌੜੀ ਵਿੱਚ ਆਖਦੇ, ਬੱਬਾ ਬ੍ਰਹਮ ਜਾਣਤ ਤੇ ਬ੍ਰਹਮ। ਸਤਿਗੁਰੂ ਬੱਬਾ ਸ਼ਬਦ ਦੀ ਵਰਤੋਂ ਕਰਦਿਆਂ ਕਹਿੰਦੇ ਉਹ ਅਸਲ ਬ੍ਰਾਹਮਣ ਹਨ ਜਿਹੜੇ ਬ੍ਰਹਮ ਨੂੰ ਜਾਣਦੇ ਹਨ। ਇਸ ਕਰਕੇ ਨਹੀਂ ਵੀ ਉਹ ਮਾਂ ਦੀ ਕੁੱਖ ਤੋਂ ਪੈਦਾ ਹੋਏ ਤੇ ਸਾਡੀ ਕੁੱਲ ਉੱਚੀ ਹੈ। ਬ੍ਰਹਮ ਨੂੰ ਜਾਣਦੇ ਹਨ, ਉਹਨਾਂ ਦਾ ਸਤਿਕਾਰ ਹੈ, ਅਦਬ ਹੈ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਾਪ ਤਾਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਗੁਰੂ ਮਹਾਰਾਜ ਕਿਸੇ ਬਰਾਦਰੀ ਦੀ ਜਾਂ ਕਿਸੇ ਬੰਦੇ ਦੀ ਵਿਰੋਧਤਾ ਥੋੜੀ ਕਰਦੀ ਹੈ ਗੁਰਮਤ। ਜਿਹੜੇ ਕਰਮ ਉਸ ਵੇਲੇ ਮੰਦਿਰ ਵਿੱਚ ਬੈਠਾ ਪੁਜਾਰੀ ਕਰਦਾ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਖੰਡਨ ਕਰਦੇ ਨੇ, ਜੇ ਮੈਂ ਗੁਰਦੁਆਰੇ ਵਿੱਚ ਬੈਠਾ ਹੋਇਆ ਪੁਜਾਰੀ ਉਹ ਕੰਮ ਕਰਦਾ ਤੇ ਉਹ ਗੱਲ ਉਹ ਮੇਰੇ ਉੱਤੇ ਵੀ ਉਨੀ ਲਾਗੂ ਹੁੰਦੀ ਹੈ। ਇਹ ਨਹੀਂ ਵੀ ਕੱਲੀ ਉਹਦੇ ਤੇ ਲਾਗੂ ਹੁੰਦੀ ਹੈ, ਉਹ ਉਪਦੇਸ਼ ਮੇਰੇ ਉੱਤੇ ਵੀ ਉਸੇ ਰੂਪ ਵਿੱਚ ਲਾਗੂ ਹੈ। ਜਿਹੜੀ ਗੱਲ ਗੁਰੂ ਸਾਹਿਬ ਕਾਜ਼ੀ ਨੂੰ ਕਹਿੰਦੇ ਨੇ ਕਿ ਕਾਜ਼ੀ ਕਾਦੀ ਕੂੜ ਬੋਲ ਮਲ ਖਾਏ, ਤੇ ਹੁਣ ਮੈਂ ਭਾਵੇਂ ਕਾਜ਼ੀ ਵਰਗਾ ਸਰੂਪ ਨਹੀਂ ਰੱਖਿਆ, ਭਾਵੇਂ ਮੇਰਾ ਸਿੱਖੀ ਸਰੂਪ ਹੈ, ਪਰ ਜੇ ਮੈਂ ਵੀ ਵਿਹਾਰ ਕਾਜ਼ੀ ਵਾਲਾ ਕਰਦਾ ਤੇ ਉਹ ਗੱਲ ਮੇਰੇ ਤੇ ਵੀ ਉਨੀ ਲਾਗੂ ਹੁੰਦੀ ਹੈ। ਉਹ ਮੇਰੇ ਤੇ ਵੀ ਉਹੀ ਸ਼ਬਦ ਢੁਕਦਾ ਹੈ ਵੀ ਮੈਂ ਵੀ ਗੰਦਗੀ ਖਾ ਰਿਹਾ। ਯਾਨੀ ਕਿ ਪ੍ਰਥਾਏ ਸਾਖੀ ਹੈ ਪਰ ਸਾਂਝੀ ਹੈ ਸਾਰਿਆਂ ਲਈ। ਤੋ ਪਾਤਸ਼ਾਹ ਜੀ ਆਖਦੇ ਨੇ ਵੈਸ਼ਨੋ ਤੇ ਗੁਰਮੁਖ ਸੋਚ ਧਰਮਾ। ਵੈਸ਼ਨੋ ਕਹਿੰਦੇ ਵੈਸ਼ਨਵ ਨੂੰ, ਜਿਹੜਾ ਸੋਚ ਭਿੱਟ ਰੱਖੇ। ਪਰ ਵੈਸ਼ਨਵ ਕੀ ਕਰਦੇ ਸਨ ਵੀ ਉਹ ਮੰਗ ਕੇ ਤਾਂ ਖਾਂਦੇ ਸਨ, ਲੋਕਾਂ ਕੋਲੋਂ ਲੈਂਦੇ ਤਾਂ ਜ਼ਰੂਰ ਸਨ, ਪਰ ਕਹਿੰਦੇ ਸਨ ਕਿਸੇ ਦੇ ਹੱਥ ਦਾ ਬਣਾਇਆ ਹੋਇਆ ਨਹੀਂ ਚਾਹੀਦਾ। ਤੁਸੀਂ ਸਾਨੂੰ ਸੁੱਕਾ ਸੀਧਾ ਦੇ ਦਿਓ, ਅਸੀਂ ਬਣਾਵਾਂਗੇ ਆਪਣੀ ਮਰਿਆਦਾ ਮੁਤਾਬਕ। ਭਾਵ ਕਿਰਤੀ ਕਿਰਤ ਕਰੇ, ਮਿਹਨਤ ਕਰੇ, ਉਸ ਖੂਨ ਪਸੀਨੇ ਦੀ ਕਮਾਈ ਨਾਲ ਉਹ ਦਾਨ ਦੇ ਦੇਵੇ, ਪਰ ਬਣਾ ਕੇ ਨਾ ਦੇਵੇ, ਕਿਉਂਕਿ ਉਹ ਅਪਵਿੱਤਰ ਹੋ ਜਾਏਗਾ। ਬਣਾਵਾਂਗੇ ਉਹਨੂੰ ਅਸੀਂ ਆਪਣੇ ਹਿਸਾਬ ਦੇ ਨਾਲ। ਆਪਣੇ ਗੁਰੂ ਪਾਤਸ਼ਾਹ ਦਾ ਇਹ ਉਹਨਾਂ ਦੇ ਅੱਗੇ ਪ੍ਰਸ਼ਨ ਹੁੰਦਾ ਸੀ ਕਿ ਫਿਰ ਤੁਸੀਂ ਆਪਣੀ ਰਸਦ ਆਪੇ ਹੀ ਕਿਉਂ ਨਹੀਂ ਕਮਾ ਲੈਂਦੇ? ਇਹ ਵੀ ਕਿਉਂ ਲੈਂਦੇ ਹੋ ਤੁਸੀਂ? ਜੇ ਉਹਨਾਂ ਦਾ ਬਣਾਇਆ ਤੁਹਾਨੂੰ ਪਸੰਦ ਨਹੀਂ ਤੇ ਉਹਨਾਂ ਦੀ ਰਸਦ ਬੜੀ ਪਸੰਦ ਹੈ, ਇਹ ਕਿਉਂ? ਉਹ ਬੰਦਾ ਪਸੰਦ ਨਹੀਂ ਵੀ ਉਹਦੇ ਹੱਥ ਲੱਗੇ ਹੋਣਗੇ, ਸਾਡੀ ਮਰਿਆਦਾ ਟੁੱਟ ਜਾਏਗੀ, ਸਾਡਾ ਨੇਮ ਟੁੱਟ ਜਾਏ। ਇਸ ਭਰਮ ਭੁਲੇਖੇ ਚੋਂ ਗੁਰੂ ਸਾਹਿਬ ਨੇ ਸਾਨੂੰ ਬਾਹਰ ਕੱਢ ਲਿਆ। ਔਰ ਵੈਸ਼ਨੋ ਸ਼ਬਦ ਉਹਨਾਂ ਲਈ ਹੀ ਵਰਤਿਆ ਹੈ ਜਿਹੜੇ ਇਸ ਤਰ੍ਹਾਂ ਦੇ ਭਰਮ ਜਾਲ ਵਿੱਚ ਉਲਝੇ ਹੋਏ ਹਨ। ਤੁਸੀਂ ਸੋਚੋ, ਗੁਰੂ ਨਾਨਕ ਮਹਾਰਾਜ ਭਾਈ ਲਾਲੋ ਦੇ ਘਰੋਂ ਜਾ ਕੇ ਪ੍ਰਸ਼ਾਦਾ ਛਕਦੇ ਨੇ। ਸਿੱਖੀ ਕੀ ਸੀ ਤੇ ਅਸੀਂ ਕੀ ਬਣਾਈਏ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਨਾ, ਜਦੋਂ ਤੋਂ ਸਤਿਗੁਰੂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਹਨ, ਤੁਸੀਂ ਕੋਈ ਵੀ ਇਤਿਹਾਸ ਦੀ ਕਿਤਾਬ ਚੁੱਕ ਲੈਣਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਤੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਉਥੋਂ ਲੈ ਕੇ
ਤਲਵੰਡੀ ਸਾਬੋ ਭਾਈ ਡੱਲਾ ਜੀ ਦੇ ਗ੍ਰਹਿ ਵਿਖੇ ਪਹੁੰਚਣ ਤੱਕ ਸਭ ਤੋਂ ਵੱਧ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੁਸਲਮਾਨ ਸ਼ਰਧਾਲੂਆਂ ਦੇ ਕੋਲ ਰੁਕੇ। ਨਿਹੰਗ ਖਾਂ ਦਾ ਜ਼ਿਕਰ ਆਉਂਦਾ ਹੈ, ਕੋਟਲਾ ਪਿੰਡ ਰੋਪੜ ਦੇ ਨੇੜੇ। ਭਾਈ ਗਨੀ ਖਾਂ ਤੇ ਨਬੀ ਖਾਂ ਦਾ ਜ਼ਿਕਰ ਆਉਂਦਾ ਹੈ। ਬੜੇ ਐਸੇ ਲੋਕਾਂ ਦਾ ਜ਼ਿਕਰ ਹੈ ਇਤਿਹਾਸ ਵਿੱਚ। ਉਹਨਾਂ ਦੇ ਘਰੋਂ ਸਤਿਗੁਰੂ ਮਹਾਰਾਜ ਕਿਸੇ ਘਰੋਂ ਦੁੱਧ ਛਕਦੇ ਹਨ, ਸਮਾਂ ਇੰਨਾ ਕੁ ਹੈ, ਕਿਸੇ ਘਰੋਂ ਪ੍ਰਸ਼ਾਦਾ ਛਕਦੇ ਹਨ, ਮੁਸਲਮਾਨ ਸ਼ਰਧਾਲੂਆਂ ਦੇ ਘਰੋਂ। ਅੱਜ ਜਿਹੜੀ ਸਿੱਖ ਸਿੱਖੀ ਪਾਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਿੱਖ ਨੂੰ ਝਾਤ ਮਾਰਨੀ ਚਾਹੀਦੀ ਉਹ ਸਿੱਖੀ ਹੈ ਵੀ ਕਿ ਨਹੀਂ। ਖਿਮਾ ਕਰਿਓ, ਜਿਹੜੇ ਭਰਮਾਂ 'ਚ ਮੈਂ ਪਿਆ ਮੈਨੂੰ ਅਜੇ ਝਾਤ ਮਾਰਨ ਦੀ ਲੋੜ ਹੈ ਕਿ ਉਹ ਗੁਰੂ ਦਾ ਸਿਖਾਇਆ ਹੋਇਆ ਧਰਮ ਹੈ ਵੀ ਕਿ ਮੈਂ ਆਪਣੀ ਮਨਮਰਜ਼ੀ ਨਾਲ ਹੀ ਬੁਣਤਰਾਂ ਬੁਣ ਲਈਆਂ ਨੇ। ਇਸ ਗੱਲ ਦਾ ਗੁਰਮਤ ਵਿੱਚ ਕਿਤੇ ਭਰਮ ਨਹੀਂ। ਹਾਂ, ਜਿਹੜੀ ਚੀਜ਼ ਮੈਂ ਨਹੀਂ ਖਾਣੀ ਉਹ ਨਹੀਂ ਖਾਣੀ, ਜੋ ਮੈਨੂੰ ਵਿਵਰਜਤ ਹੈ ਗੁਰਮਤ ਵਿੱਚ। ਪਰ ਇਹ ਭਰਮ ਨਹੀਂ ਵੀ ਉਹਨੂੰ ਹੱਥ ਇਹਦੇ ਲੱਗੇ ਨੇ, ਇਹਨੂੰ ਹੱਥ ਉਹਦੇ ਲੱਗੇ ਨੇ। ਇਹ ਤਾਂ ਦੁੱਧ ਜੋ ਅਸੀਂ ਪੀਨੇ ਉਹ ਪਸ਼ੂ ਦਾ ਹੀ ਹੈ। ਪਸ਼ੂ ਇਹਦਾ ਮਤਲਬ ਅਸੀਂ ਪਸ਼ੂ ਤਾਂ ਸਾਨੂੰ ਪਸੰਦ ਹੈ, ਬੰਦਾ ਪਸੰਦ ਨਹੀਂ। ਪਸ਼ੂ ਪਸੰਦ ਹੈ, ਉਹਦੇ ਚਮੜੇ ਦੇ ਸਰੀਰ ਵਿੱਚੋਂ ਆਇਆ ਹੋਇਆ ਦੁੱਧ ਅਸੀਂ ਪੀ ਸਕਦੇ ਹਾਂ, ਪਰ ਉਹ ਦੁੱਧ ਚੋ ਕੇ ਫੜਾਉਣ ਵਾਲੇ ਜਿਹਦੇ ਹੱਥ ਲੱਗਦੇ ਨੇ ਉਹ ਬੰਦਾ ਸਾਡੀ ਚੁਆਇਸ ਦਾ ਹੋਣਾ ਚਾਹੀਦਾ। ਇਹ ਐਸਾ ਭਰਮ ਹੋਇਆ। ਉਹਨਾਂ ਨੂੰ ਵੈਸ਼ਨੋ ਕਿਹਾ। ਵੈਸ਼ਨੋ ਸੋਜ ਸਿਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ। ਸਤਿਗੁਰੂ ਇੱਥੇ ਕਹਿੰਦੇ ਨੇ ਵੈਸ਼ਨੋ ਤੇ ਗੁਰੂ ਦੇ ਰਾਹੀਂ ਸੋਚ ਧਰਮਾਂ, ਜਿਹਨੇ ਆਤਮਕ ਪਵਿੱਤਰਤਾ ਦਾ ਧਰਮ ਗ੍ਰਹਿਣ ਕੀਤਾ, ਜਿਹਨੇ ਆਪਣੇ ਕਰਮ, ਆਪਣੇ ਬੋਲ ਤੇ ਆਪਣਾ ਕਿਰਦਾਰ ਤੇ ਆਪਣੇ ਖਿਆਲ ਪਵਿੱਤਰ ਕਰਨ ਵਾਲੇ ਪਾਸੇ ਕਦਮ ਪੁੱਟਿਆ, ਉਹ ਸੋਚ ਰੱਖਣ ਵਾਲਾ ਅਸਲ ਵੈਸ਼ਨੋ ਹੈ। ਸਤਿਗੁਰੂ ਕਹਿੰਦੇ ਨੇ ਵੀਰਾ ਆਪਨ ਬੁਰਾ ਮਿਟਾਵੇ। ਹੁਣ ਵੀਰਾ ਕਹਿੰਦੇ ਨੇ ਵੀਰ ਨੂੰ, ਸੂਰਮੇ ਨੂੰ। ਸੂਰਮਾ ਕੌਣ ਹੈ? ਜਿਹੜਾ ਆਪਣੇ ਅੰਦਰੋਂ ਬੁਰਾਈ ਖਤਮ ਕਰਦਾ ਹੈ, ਉਹ ਅਸਲ ਸੂਰਮਾ ਹੈ ਸੰਸਾਰ ਦਾ, ਜਿਹੜਾ ਆਪਣੇ ਅੰਦਰੋਂ ਬੁਰਾ ਮਿਟਾ ਲੈਂਦਾ ਹੈ। ਔਰ ਤਾਹੂ ਬੁਰਾ ਨਿਕਟ ਨਹੀਂ ਆ, ਉਹਦੇ ਨੇੜੇ ਵੀ ਫਿਰ ਬੁਰਾਈ ਨਹੀਂ ਟੁਕਦੀ, ਬੁਰਾਈ ਉਹਦੇ ਤੇ ਅਸਰ ਨਹੀਂ ਪਾਉਂਦੀ, ਕਿਉਂਕਿ ਉਹਨੇ ਆਪਣੇ ਅੰਦਰੋਂ ਹੀ ਬੁਰਾ ਮਿਟਾ ਲਿਆ ਹੈ। ਮਨ ਆਪਣੇ ਤੇ ਬੁਰਾ ਮਿਟਾਣਾ। ਸਤਿਗੁਰੂ ਕਹਿੰਦੇ ਨੇ ਬੰਧਿਓ ਆਪਨ ਹਉ ਹਉ ਬੰਧਾ, ਪਰ ਮਨੁੱਖ ਕੀ ਕਰਦਾ ਹੈ? ਆਪਣੇ ਆਪ ਨੂੰ ਹਉ ਹਉ ਹੰਕਾਰ ਦੇ ਬੰਧਨਾਂ ਵਿੱਚ ਬੰਨੀ ਜਾਂਦਾ ਹੈ। ਮੈਂ ਆਹ ਕੀਤਾ, ਮੈਂ ਬੜਾ ਵੱਡਾ ਬਹਾਦਰ ਹਾਂ, ਬੜਾ ਸੂਰਮਾ ਹਾਂ, ਇਸ ਬੰਧਨ 'ਚ ਬੰਨ ਲਿਆ। ਤੇ ਇਸ ਹਉਮੈ ਦਾ ਕਰਕੇ ਫਿਰ ਉਹ ਗਰੀਬਾਂ ਨੂੰ, ਮਜ਼ਲੂਮਾਂ ਨੂੰ ਤੰਗ ਵੀ ਕਰਦਾ ਹੈ। ਹਉਦਾ ਕਰਕੇ ਹੀ ਕਰਦਾ ਹੈ ਨਾ, ਹਉਮੈ ਦਾ ਕਰਕੇ। ਇਹ ਹਉਮੈ ਵੀ ਮੈਂ ਤਕੜਾ, ਤੋ ਮਾੜੇ ਨੂੰ ਕੁੱਟ ਸੁੱਟੋ, ਲਿਤਾੜ ਦਿਓ। ਇਹ ਹਉਮੈ ਵੀ ਮੈਂ ਉੱਚੀ ਜ਼ਾਤ 'ਚ ਪੈਦਾ ਹੋਇਆ, ਦੂਸਰਿਆਂ ਨੂੰ ਚੜਾਉਂਦੇ ਰਹੋ, ਖਿਜਾਉਂਦੇ ਰਹੋ ਤੇ ਬੇਇੱਜ਼ਤੀ ਕਰਦੇ ਰਹੋ ਵੀ ਤੁਸੀਂ ਨੀਵੇਂ ਹੋ। ਇਹ ਹਉਮੈ ਵੀ ਮੈਂ ਵੈਸ਼ਨੋ ਸੁੱਚਾ ਬੜਾ ਹਾਂ ਤੇ ਦੂਸਰਿਆਂ ਦੇ ਸਾਹਮਣੇ ਆਕੜ ਕੇ ਖਲੋਤੇ ਰਹੋ ਵੀ ਤੁਹਾਡੀ ਤਾਂ ਮਰਿਆਦਾ ਹੀ ਕੋਈ ਨਹੀਂ, ਤੁਸੀਂ ਤੇ ਨੀਚ ਹੋ, ਨੀਵੇਂ ਹੋ, ਤੁਹਾਨੂੰ ਤਾਂ ਮਰਿਆਦਾ ਦਾ ਗਿਆਨ ਨਹੀਂ, ਤੁਸੀਂ ਤਾਂ ਰੱਬ ਦੇ। ਇਹ ਹਉਮੈ ਵੱਜ ਗਈ ਨਾ। ਹੁਣ ਇਹ ਜਿਹੜੀ ਗੰਦਗੀ ਚੁੱਕੀ ਹੋਈ ਹੈ, ਪਾਤਸ਼ਾਹ ਕਹਿੰਦੇ ਇਸ ਬੰਧਨ ਵਿੱਚ ਜਿਹੜਾ ਤੂੰ ਵੱਜਿਆ, ਬੰਧਿਓ ਆਪਨ ਹਉ ਹਉ ਬੰਧਾ, ਦੋਸ਼ ਦੇਤ ਆਗੈ ਕਵੰਦਾ। ਮਹਾਰਾਜ ਕਹਿੰਦੇ ਨੇ ਅਗਿਆਨੀ, ਅੰਧਾ ਕਹਿੰਦੇ ਨੇ ਅਗਿਆਨੀ ਨੂੰ, ਬੇਸਮਝ ਨੂੰ। ਵੇਖੋ ਬੇਸਮਝ ਦੋਸ਼ ਦੂਜਿਆਂ ਨੂੰ ਦਿੰਦਾ ਹੈ, ਆਪ ਹਉਮੈ ਦੇ ਬੰਧਨ ਵਿੱਚ ਵੱਜਾ ਹਉ ਹਉ ਦੀ ਰੱਟ ਲਾਈ ਰੱਖਦਾ ਹੈ, ਹਉਮੈ ਦੀ ਰੱਟ ਲਾਈ ਰੱਖਦਾ ਹੈ, ਦੋਸ਼ ਦੂਜਿਆਂ ਨੂੰ ਦਿੰਦਾ ਹੈ ਵੀ ਉਹ ਮਾੜਾ ਹੈ, ਉਹ ਨੀਚ ਹੈ, ਉਹ ਫਲਾਨਾ ਹੈ, ਉਹ ਢਿਮਕਾਣਾ ਹੈ। ਗੁਰੂ ਪਾਤਸ਼ਾਹ ਕਹਿੰਦੇ ਭਲਿਆ, ਜਿਹੜੀ ਹਉਮੈ ਦੀ ਮੈਲ ਤੈਨੂੰ ਲੱਗੀ ਹੋਈ ਹੈ, ਕਦੇ ਇਹਦੇ ਬਾਰੇ ਵੀ ਸੋਚ ਕੇ ਵੇਖ। ਜਿਹੜੇ ਬੰਧਨ 'ਚ ਤੂੰ ਭਵਾਇਆ ਜਾ ਰਿਹਾ, ਕਦੇ ਇਸ ਬਾਰੇ ਵੀ ਸੁਚੇਤ ਹੋ। ਸਤਿਗੁਰੂ ਆਖਦੇ ਨੇ ਬਾਤ ਚੀਤ ਸਭ ਰਹੀ ਸਿਆਣਪ। ਫੋਕੀਆਂ ਗਿਆਨ ਦੀਆਂ ਗੱਲਾਂ ਵੀ ਜੀਵਨ ਵਿੱਚ ਨਹੀਂ ਕਮਾਇਆ ਕੁਝ, ਫੋਕੀ ਗਿਆਨ ਦੀ ਗੱਲ ਲੋਕਾਂ ਨੂੰ ਸੁਣਾ ਦਿੱਤੀ, ਜਿਵੇਂ ਮੈਂ ਸੁਣਾ ਰਿਹਾ। ਫੋਕੀਆਂ ਚਤੁਰਾਈਆਂ ਤੇ ਚਲਾਕੀਆਂ ਕਰਨੀਆਂ, ਹੁਜਤਾਂ ਕਰਨੀਆਂ। ਪਾਤਸ਼ਾਹ ਕਹਿੰਦੇ ਨੇ ਸਭ ਕੁਝ, ਇਹ ਵੀ ਸੁਭਾਅ ਮੇਰੇ ਅੰਦਰੋਂ ਮਿਟ ਗਿਆ, ਇਹ ਵੀ ਸੁਭਾਅ ਅੰਦਰੋਂ ਮਿਟ ਗਿਆ। ਕਿਵੇਂ ਮਿਟਿਆ? ਜਿਸੈ ਜਨਾਵੋ ਸੋ ਜਾਣੈ ਨਾਨਕ। ਹੇ ਨਾਨਕ ਜੀ, ਜਿਸ ਨੂੰ ਅਕਾਲ ਪੁਰਖ ਜੀ ਆਪ ਜਣਾਉਂਦੇ ਹਨ, ਆਪ ਕਿਰਪਾ ਕਰਕੇ ਆਪਣੀ ਸਵੈ ਸੋਝੀ ਬਖਸ਼ਿਸ਼ ਕਰਦੇ ਨੇ। ਗੁਰੂ ਦੇ ਉਪਦੇਸ਼ ਰਾਹੀਂ ਜਦੋਂ ਸੱਚ ਨੂੰ ਜਾਣ ਲੈਂਦਾ ਹੈ, ਫਿਰ ਉਹ ਹਉਮੈ ਹੰਕਾਰ ਦੀਆਂ, ਫੋਕੇ ਗਿਆਨ ਦੀਆਂ ਗੱਲਾਂ ਨਹੀਂ ਘੋਟਦਾ,
ਫਿਰ ਉਹ ਮਨੁੱਖ ਹੁਜਤਾਂ ਚਤੁਰਾਈਆਂ ਦੇ ਨਾਲ ਪੇਸ਼ ਨਹੀਂ ਆਉਂਦਾ। ਉਹ ਬੜੇ ਸਾਫ਼ ਦਿਲ ਨਾਲ ਵਿਚਰਦਾ ਹੈ ਔਰ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਉਹ ਬੜਾ ਖਾਕ ਸੁਭਾਅ ਰੱਖ ਕੇ ਭਾਵ ਨਿਮਰਤਾ ਤੇ ਧੀਰਜ ਵਿੱਚ ਰਹਿ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇਸ ਪਾਵਨ ਉਪਦੇਸ਼ ਵਿੱਚ ਮਹਾਰਾਜ ਨੇ ਜੋ ਸਾਨੂੰ ਜੁਗਤ ਦਿੱਤੀ ਹੈ ਅਸੀਂ ਉਸ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।